सतनाम श्री वाहिगुरु साहिब जीओ। श्री नानक अंगद गुरु अमरदास पद बंद। रामदास अर्जन गुरु बर श्री हरगोबिंद। हरि राय हर कृष्ण गुरु तेग बहादुर चंद। दसवें गोबिंद सिंह गुरु नमो चरण अरविंद। जिसमें अमृत ज्ञान है माणिक भगत वैराग। गुरु ग्रंथ साहिब उदद बंदो कर अनुराग। श्री गुर शब्द कमाए जिन जीते पंच विकार। तिन संतन को बंदना सिर चरणन पर तार। एकंकारा सतगुरु तेह प्रसाद सच होए। वाहिगुरु जी की फतेह विघ्न विनाशन सोए। वाहिगुरु जी की फतेह विघ्न विनाशन सोए। सतनाम श्री वाहिगुरु साहिब जी। दोहरा पर दुख पिख कर मैं दुखी। पर सुख पिख हर खाए। मुकत पंथ निस दिन परे। तिन संतन पर पाए। पर दुख पिख कर स्वैं दुखी। वाहिगुरु जी का खालसा वाहिगुरु जी की फतेह। गुरु गरीब नवाज पतित पावन भगत वत्सल। धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। धन धन श्री गुरु ग्रंथ साहिब सच्चे पातशाह जी महाराज। सतगुरु जी दी साजी नवाजी गुरु रूप गुरु प्यारी साध संगत जीओ। आप जी कर्मा वाले हो जो परमेश्वर रूप धन धन श्री गुरु अर्जन देव महाराज जी दे पावन पवित्र स्थान विखे हाजरियां भर के दीन दयाल सतगुरु गुरु ग्रंथ साहिब महाराज जी के दर्शन करके लाहा लै रहे हो। संध्या के समय तो बेअंत संगतां ने हाजरी भर के गुरबाणी सुन के पढ़ के लाहा लिया है। सो गुरु प्यारी साध संगत जी सतगुरु जी गुरु नानक साहिब जी का सोहना पवित्र इतिहास अपन लड़ीवार रूप विच पढ़ सुन रहे हाँ। जिस तरह गुरु महाराज जी देशां दा भला करते हुए उत्थों दे रहण वाले जीवां दा जो हारूपुर समुंदर विच एक टापू है उत्थे गए सन। जिथों दे लोग एक जैनी गुरु के पल्ले पे सी। ये जैनी गुरु
ਆਪਣੇ ਯੰਤਰਾਂ ਮੰਤਰਾਂ ਨਾਲ ਜਿਹੜੀ ਕੋਈ ਇੱਛਾ ਲੋਕ ਕਰਦੇ ਉਹ ਪੂਰੀ ਕਰਦਾ ਸੀ, ਜਿਸ ਕਰਕੇ ਸਾਰੇ ਦੇ ਵਸ ਸਨ। ਗੁਰੂ ਮਹਾਰਾਜ ਇਸ ਜੈਨੀ ਗੁਰੂ ਦੇ ਲੜ ਤੋਂ ਛਡਾਉਣ ਲਈ ਤੇ ਵਾਹਿਗੁਰੂ ਵਾਹਿਗੁਰੂ ਨਾਮ ਦਾ ਪ੍ਰਕਾਸ਼ ਕਰਨ ਵਾਸਤੇ ਵੀ ਭਾਈ ਇਸ ਨੂੰ ਸਿਮਰਨ ਕਰੋ। ਇਹ ਉਹ ਨਾਮ ਹੈ ਜਿਹੜਾ ਇੱਥੇ ਉੱਥੇ ਰਖਵਾਲਾ ਹੈ। ਇਸ ਤਰ੍ਹਾਂ ਮਹਾਰਾਜ ਜੀ ਨੇ ਨਾਮ ਦੀ ਕਲਾ ਨਾਲ ਹੀ ਉੱਥੇ ਵਰਖਾ ਪਾਈ। ਰਾਜਾ ਪ੍ਰਜਾ ਸਮੇਤ ਸਾਰੇ ਗੁਰੂ ਸਾਹਿਬ ਦੇ ਚਰਨਾਂ 'ਤੇ ਆ ਚੁੱਕੇ, ਗੁਰੂ ਕੀ ਸਿੱਖੀ ਧਾਰਨ ਕੀਤੀ। ਇਹ ਜਿਹੜਾ ਜੈਨੀ ਗੁਰੂ ਸੀ, ਜਿਹੜਾ ਆਪਣੀ ਕਲਾ ਨਾਲ ਮੀਂਹ ਪਾਉਂਦਾ ਸੀ, ਹੁਣ ਇਹ ਸ਼ਰਮਿੰਦਾ ਹੋ ਗਿਆ ਕਿਉਂਕਿ ਇਹਦੇ ਕੋਲੋਂ ਮੀਂਹ ਪਿਆ ਕੋਈ ਨਾ। ਫਿਰ ਗੁਰੂ ਸਾਹਿਬ ਜੀ ਨੇ ਜਦੋਂ ਇਹਦੇ ਨਾਲ ਮੇਲ ਮਿਲਾਪ ਕੀਤਾ, ਇਹ ਆਇਆ ਤੇ ਆਪਣੀ ਗੱਲ ਕਹਿਣ ਲੱਗਾ ਵੀ ਮੈਂ ਨਹੀਂ ਕੋਈ ਰੱਬ ਰੂਪ ਮੰਨਦਾ, ਜੋ ਕੁਝ ਵੀ ਹੋ ਰਿਹਾ ਹੈ ਇਹ ਤਾਂ ਮਨੁੱਖ ਤੋਂ ਹੀ ਹੋ ਰਿਹਾ ਹੈ। ਗੁਰੂ ਸਾਹਿਬ ਜੀ ਇਹਦੀ ਇਹ ਗੱਲਬਾਤ ਸੁਣ ਕੇ ਇੱਕ ਸ਼ਲੋਕ ਉਚਾਰਨ ਕੀਤਾ ਜੋ ਮਾਝਗੀ ਵਾਰ ਵਿੱਚ ਆਉਂਦਾ ਹੈ ਕਿ ਜੈਨੀਆਂ ਤੂੰ ਆਪਣੀ ਅਸਲੀਅਤ ਸੁਣ। ਜਦੋਂ ਤੁਸੀਂ ਕਿਸੇ ਨੂੰ ਆਪਣਾ ਚੇਲਾ ਬਣਾਉਂਦੇ ਹੋ, ਉਹਦੇ ਸਿਰ ਦੇ ਕੇਸ ਪੁੱਟਦੇ ਹੋ, ਹੱਥਾਂ ਵਿੱਚ ਸਵਾਜ ਹੀ ਭਰ ਲੈਂਦੇ ਹੋ ਤਾਂ ਜੋ ਵੀ ਕੇਸ ਪੁੱਟਦਿਆਂ ਖੂਨ ਲੱਗ ਜਾਏਗਾ, ਹੱਥ ਚੀਕਣੇ ਹੋ ਜਾਣਗੇ, ਤਿਲਕਣ ਨਾ ਖੁਸ਼ਕ ਹੋ ਜਾਣ, ਸਵਾਹ ਫੜ ਲੈਂਦੇ ਹੋ। ਫਿਰ ਤੁਸੀਂ ਆਪਣੇ ਚੇਲੇ ਨੂੰ ਕਹਿੰਦੇ ਹੋ ਵੀ ਜਦੋਂ ਅਸੀਂ ਕੇਸ ਪੁੱਟਾਂਗੇ ਹਾਏ ਬਿਲਕੁਲ ਨਹੀਂ ਕਹਿਣਾ ਹੈ, ਬਸ ਥੱਲੇ ਚੁੱਪ ਕੀਤੇ ਰਹਿਣਾ ਹੈ, ਕਹਿਣਾ ਵੀ ਸੁੱਖ ਹੋ ਗਿਆ ਹੈ। ਫਿਰ ਮੈਲਾ ਪਾਣੀ ਪੀਂਦੇ ਹੋ, ਜੂਠੇ ਟੁੱਕ ਮੰਗ ਮੰਗ ਕੇ ਖਾਂਦੇ ਹੋ, ਆਪਣੀ ਉਹ ਵਿਸ਼ਟਾ ਜੀ ਕਰਕੇ ਉਹਨੂੰ ਫੋਲ ਕੇ ਪੜਾਸਾਂ ਲੈਂਦੇ ਹੋ, ਪਾਣੀ ਨੂੰ ਵੇਖ ਕੇ ਸੰਗਦੇ ਹੋ। ਇਸ ਤਰ੍ਹਾਂ ਜਿਹੜੇ ਤੁਹਾਡੇ ਕੋਈ ਪਰਿਵਾਰ ਹੈ ਉਹ ਵੀ ਤੁਹਾਨੂੰ ਰੋਂਦੇ ਆ ਜਦੋਂ ਤੁਸੀਂ ਘਰ ਛੱਡ ਕੇ ਚਲੇ ਜਾਂਦੇ ਹੋ, ਜੈਨੀ ਬਣ ਜਾਂਦੇ ਹੋ। ਨਾ ਤੁਹਾਡੀ ਕੋਈ ਪਿੰਡ ਪੱਤਲ ਕਿਰਿਆ ਦੀਵਾ ਬਾਲਿਆ ਜਾਂਦਾ ਹੈ, ਨਾ ਹੀ ਤੁਸੀਂ ਆਪਣੇ ਵੱਡਿਆਂ ਵਡੇਰਿਆਂ ਦਾ ਕਰਦੇ ਹੋ। ਉਹ ਵੀ ਵਿਚਾਰੇ ਕਿੱਥੇ ਪੈਣਗੇ, ਵੀ ਨਰਕ ਵਿੱਚ ਹੀ ਪੈਣਗੇ, ਤੁਸੀਂ ਵੀ ਨਰਕ ਵਿੱਚ ਹੀ ਪਾਓਗੇ। ਇਹ ਸ਼ਬਦ ਵਿੱਚ ਸਾਰੀ ਜਿਹੜੀ ਜੈਨੀਆਂ ਦੀ ਅਸਲੀਅਤ ਦੱਸੀ। ਇਹ ਸੁਣ ਕੇ ਬੜਾ ਸ਼ਰਮਸ਼ਾਰ ਹੋਇਆ, ਫਿਰ ਵੀ ਟਲਿਆ ਨਾ, ਆਪਣੀ ਸ਼ਕਤੀ ਜੰਤਰ ਮੰਤਰ ਜੇ ਦਿਖਾਉਣ ਲੱਗਾ ਮਹਾਰਾਜ ਜੀ ਨੂੰ। ਪਰ ਕਿਸੇ ਜੰਤਰ ਮੰਤਰ ਦਾ ਜਦੋਂ ਵਸ ਨਾ ਚੱਲਿਆ, ਦੂਜਿਆਂ ਵਾਂਗ ਇਹ ਮੱਥਾ ਟੇਕ ਕੇ ਚਰਣੀ ਪੈ ਗਿਆ। ਗੁਰੂ ਸਾਹਿਬ ਜੀ ਨੇ ਧਰਮ ਦੀ ਜਗ੍ਹਾ ਬਣਵਾਈ, ਉਹਦੇ ਵਿੱਚ ਇਹਨੂੰ ਸੇਵਾਦਾਰ ਥਾਪ ਦਿੱਤਾ ਕਿ ਵਾਹਿਗੁਰੂ ਵਾਹਿਗੁਰੂ ਨਾਮ ਜਪਣਾ ਹੈ, ਸੰਗਤਾਂ ਦੀ ਸੇਵਾ ਕਰਨੀ ਹੈ, ਮੁਖੀ ਹੋ ਕੇ ਤੇ ਵਾਹਿਗੁਰੂ ਵਾਹਿਗੁਰੂ ਨਾਮ ਜਪਦੇ ਆਪਣਾ ਜਨਮ ਸਫਲਾ ਕਰਨਾ ਹੈ। ਇਸ ਨੇ ਉਸੇ ਤਰ੍ਹਾਂ ਕੀਤਾ। ਜਿਹੜੇ ਕੋਈ ਪਹਿਲੀ ਰੀਤੀ ਸੀ ਵੀ ਗੰਦੇ ਬਣ ਕੇ ਰਹਿਣਾ, ਫਿਰ ਜੋ ਪਰਮੇਸ਼ਰ ਨੂੰ ਨਾ ਮੰਨਣਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਨਾ ਕਰਨਾ, ਇਹ ਸਾਰੇ ਜਿਹੜੇ ਮੰਦ ਕਰਤੱਵ ਛੱਡ ਕੇ ਸ਼ੁਭ ਆਚਰਣ ਗ੍ਰਹਿਣ ਕਰ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਹਾਰੂਪੁਰ ਟਾਪੂ ਦੇ ਉੱਪਰ ਨਾਮ ਦੀ ਕਲਾ ਵਰਤਾ ਕੇ ਅੱਗੇ ਚੱਲਣਾ ਕੀਤਾ ਸੀ। ਜਿਵੇਂ ਮਹਾਰਾਜ ਜੀ ਨੇ ਅਗਲੇ ਪਾਸੇ ਜਾ ਕੇ ਭੂਟਾਨ ਆਦਿਕ ਇਲਾਕਿਆਂ ਵਿੱਚ ਨਾਮ ਦਾ ਪ੍ਰਕਾਸ਼ ਕੀਤਾ, ਉਹ ਪ੍ਰਸੰਗ ਅੱਜ ਵਿਸਥਾਰ ਨਾਲ ਆ ਰਹੇ ਹੈ। ਗੁਰੂ ਮਹਾਰਾਜ ਜੀ ਦੀ ਜਿਵੇਂ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ ਦੋਹਰਾ ਪਰ ਦੁਖ ਪੇਖ ਕਰ ਹੋਇ ਦੁਖੀ। ਭਾਈ ਸੰਤੋਖ ਸਿੰਘ ਜੀ ਵੀ ਸੰਤ ਕਿਹੜੇ ਹੁੰਦੇ, ਅਸਲ ਵਿੱਚ ਸੰਤਾਂ ਦੇ ਲੱਛਣ ਦੱਸ ਰਹੇ ਹੈ। ਉਂਝ ਤੇ ਹਰ ਕੋਈ ਸੰਤ ਬਣਦਾ ਹੈ, ਜਿਵੇਂ ਕਲਗੀਧਰ ਪਿਤਾ ਜੀ ਨੇ ਕਿਹਾ ਹੈ, ਘਰ ਘਰ ਹੋਏ ਬੈਠ ਹੈ ਰਾਮਾ। ਵੀ ਘਰ ਘਰ ਵਿੱਚ ਆ ਬੈਠ ਕੇ ਦੰਭੀ ਪਖੰਡੀ ਤੇ ਰੱਬ ਬਣੀ ਫਿਰਨਗੇ, ਕਹਿਣਗੇ ਮੈਂ ਹੀ ਰੱਬ ਹਾਂ। ਘਰ ਘਰ ਵਿੱਚ ਹੀ ਰੱਬ ਬਣੇ ਫਿਰਨਗੇ। ਪਹਿਲਾਂ ਤਾਂ ਕਿਹਾ ਜਾਂਦਾ ਸੀ ਵੀ ਸੰਤ ਪੁੱਟੀਏ ਤੇ ਇੱਟ ਪੁੱਟੀ ਤੇ ਸੰਤ ਨਿਕਲ ਆਉਂਦਾ ਹੈ। ਹੁਣ ਤੇ ਕਹਿਣ ਦੀ ਗੱਲ ਹੀ ਕੋਈ ਨਹੀਂ, ਇੱਟਾਂ ਦੇ ਉੱਪਰ ਹੀ ਬੈਠੇ ਹੋਏ ਸੰਤ, ਪੁੱਟਾਂ ਦੀ ਕੋਈ ਲੋੜ ਹੀ ਨਹੀਂ ਇੱਟ ਨੂੰ। ਪਰ ਅਸਲ ਸੰਤ ਕਿਹੜੇ ਹੈ ਹੁੰਦੇ, ਉਹਨਾਂ ਸੰਤਾਂ ਦੀ ਮਹਿਮਾ ਦਾ ਮੰਗਲ ਕਵੀ ਸਾਹਿਬ ਜੀ ਕਰ ਰਹੇ ਹੈ। ਕਹਿੰਦੇ ਜੋ ਪਰਾਏ ਦਾ ਦੁੱਖ ਵੇਖ ਕੇ, ਜਿਹਦੇ ਨਾਲ ਕੋਈ ਸਾਂਝ ਪਿਆਰ ਨਹੀਂ ਹੈ, ਕੋਈ ਪਿਆਰ ਨਹੀਂ ਹੈ, ਮੇਲ ਮਿਲਾਪ ਨਹੀਂ, ਬਿਲਕੁਲ ਪਰਾਇਆ ਹੈ। ਜੋ ਪਰਾਏ ਦੇ ਦੁੱਖ ਨੂੰ ਵੇਖ ਕੇ ਦੁਖੀ ਹੋਣਾ ਕਰਦੇ ਦੁਖੀ ਹੋ ਜਾਂਦੇ ਹੈ। ਪਰ ਸੁਖ ਭਿਖ ਹਰ ਖਾਏ। ਫਿਰ ਪਰਾਏ ਦੇ ਸੁੱਖ ਨੂੰ ਵੇਖ ਕੇ ਕਿ ਜੇ ਕੋਈ ਸੁੱਖ ਲੈ ਰਿਹਾ ਹੋਵੇ, ਉਹਨੂੰ ਵੇਖ ਕੇ ਬੜਾ ਖੁਸ਼ ਹੁੰਦੇ ਵੀ ਮਹਾਰਾਜ ਨੇ ਇਹਨੂੰ ਸੁੱਖ ਦਿੱਤਾ ਹੈ, ਵੀ ਚੰਗਾ ਹੈ, ਭਾਗਾਂ ਵਾਲਾ ਹੈ। ਐਵੇਂ ਪਰਾਏ ਦੇ ਦੁੱਖ ਨੂੰ ਵੇਖ ਕੇ ਦੁਖੀ ਹੁੰਦੇ ਹੈ, ਪਰਾਏ ਦੇ ਸੁੱਖ ਨੂੰ ਵੇਖ ਕੇ ਉਹ ਸੁਖੀ ਖੁਸ਼ ਹੁੰਦੇ ਸੰਤ। ਉਹ ਦੂਸਰੇ ਨੂੰ ਦੁਖੀ ਵੇਖ ਕੇ ਸਾਡੇ ਲੋਕਾਂ ਵਾਂਗ ਇਹ ਨਹੀਂ ਕਹਿੰਦੇ ਵੀ ਚੰਗਾ ਹੋਇਆ, ਹਾਂ ਇਹਦੇ ਨਾਲ ਇਸੇ ਤਰ੍ਹਾਂ ਚਾਹੀਦੀ ਸੀ, ਇਹਨੂੰ ਇਵੇਂ ਇਹਦੇ ਨਾਲ ਬਣਨੀ ਚਾਹੀਦੀ ਹੈ, ਮੇਰੇ ਨਾਲ ਮੱਥਾ ਲਾਉਂਦਾ ਨਾ ਇਹਦੇ ਨਾਲ ਹੁਣ ਹੋਣੀ ਚਾਹੀਦੀ ਹੈ, ਹੋਰ ਡੇਂਗੇ ਹੋਰ ਰੋਵੇ। ਅਸੀਂ ਲੋਕ ਤਾਂ ਇਹ ਕਹਿੰਦੇ ਹਾਂ, ਪਰ ਉਹ ਸੰਤ ਜਿਹੜੇ ਪਰਾਏ ਦਾ ਦੁੱਖ ਨਹੀਂ ਵੇਖ ਸਕਦੇ, ਵੇਖ ਕੇ ਦੁਖੀ ਹੋ ਜਾਂਦੇ ਆ, ਦੂਸਰੇ ਨੂੰ ਸੁਖੀ ਵੇਖ ਕੇ ਪ੍ਰਸੰਨ ਹੁੰਦੇ ਆ। ਕਿਉਂਕਿ ਉਹ ਪਰਮਾਤਮਾ ਵੀ ਐਸਾ ਹੈ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਤੇ ਸੰਤ ਗੋਬਿੰਦ ਕੈ ਏਕੈ ਕਾਮ। ਸੰਤ ਦੇ ਤੇ ਪਰਮੇਸ਼ਰ ਦਾ ਇੱਕੋ ਹੀ ਕੰਮ ਹੈ, ਹੋਰ ਕੋਈ ਕੰਮ ਨਹੀਂ ਹੈ। ਸੰਤ ਹੋਵੇ ਸਹੀ ਸੋਈ ਸੰਤ ਜੇ ਭਾਵੈ ਰਾਮ। ਜਿਹੜੇ ਪਰਮੇਸ਼ਰ ਨੂੰ ਭਾਉਂਦੇ ਹੋਈ ਉਹ ਸੰਤ ਹੈ, ਐਸੀ ਅਵਸਥਾ ਦੇ ਮਾਲਕ ਹੁੰਦੇ ਹੈ। ਪਰਾਏ ਦੇ ਦੁੱਖ ਨੂੰ ਵੇਖ ਕੇ ਦੁਖੀ ਹੋ ਜਾਂਦੇ ਹੈ, ਪਰਾਏ ਨੂੰ ਸੁਖੀ ਵੇਖ ਕੇ ਪ੍ਰਸੰਨ ਹੁੰਦੇ ਹੈ। ਮੁਕਤ ਪੰਥ ਨਿਸ ਦਿਨ ਪਰੇ। ਫਿਰ ਰਾਤ ਦਿਨ ਮੁਕਤੀ ਦੇ ਰਸਤੇ ਉੱਪਰ ਪਏ ਰਹਿੰਦੇ ਆ। ਮੁਕਤੀ ਦਾ ਰਸਤਾ ਹੀ ਹੈ ਸੰਤ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ। ਤਿਨ ਸੰਤਨ ਪਰ ਪਾਏ। ਭਾਈ ਸੰਤੋਖ ਸਿੰਘ ਜੀ ਕਹਿੰਦੇ ਐਸੇ ਸੰਤਾਂ ਦੇ ਚਰਨਾਂ ਉੱਪਰ ਮੈਂ ਕਵੀ ਪੈਂਦਾ ਹਾਂ। ਹੇ ਭਾਈ ਐਸੇ ਸੰਤਾਂ ਦੇ ਚਰਨੀ ਪੈ ਜਾਓ ਜਿਹੜੇ ਐਸੇ ਮਹਾਨ ਹੈ। ਸ੍ਰੀ ਬਾਲਾ ਸੰਦਰ ਵਾਚ ਚੌਪਈ ਸੁਣੀਏ ਸ੍ਰੀ ਅੰਗਦ ਗਤ ਦਾਨੀ। ਭਾਈ ਬਾਲਾ ਜੀ ਕਹਿੰਦੇ ਹੈ ਮੁਕਤੀ ਦਾਤੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ, ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਪਵਿੱਤਰ ਇਤਿਹਾਸ ਅਗਲਾ ਸੁਣੀਏ। ਆਗਾ ਗਮਨ ਕੀਨ ਗੁਣ ਖਾਨੀ। ਗੁਣਾਂ ਦੀ ਖਾਨ ਗੁਰੂ ਨਾਨਕ ਸਾਹਿਬ ਜੀ ਐਵੇਂ ਉਹ ਜਾਨੀ ਗੁਰੂ ਨੂੰ ਟੇਢੇ ਰਾਹ ਤੋਂ ਸਿੱਧੇ ਰਾਹ 'ਤੇ ਪਾ ਕੇ ਉੱਥੋਂ ਦੇ ਰਾਜੇ ਹਾਰੂਪੁਰ ਇਲਾਕੇ ਦੇ ਪਰਜਾ ਨੂੰ ਜੋ ਪਰਮੇਸ਼ਰ ਦੀ ਪ੍ਰੇਮਾ ਭਗਤੀ ਦਾ ਭਾਵ ਭਗਤੀ ਦਾ ਰਸਤਾ ਹੈ ਉਹਦੇ ਉੱਪਰ ਪਾ ਕੇ ਮਹਾਰਾਜ ਉਧਾਰ ਕਰਕੇ ਅੱਗੇ ਚੱਲ ਪਏ। ਚਲਤਿਓ ਪੰਥ ਗ੍ਰਾਮ ਇੱਕ ਆਵਾ। ਰਸਤੇ ਵਿੱਚ ਚਲਦਿਆਂ ਚਲਦਿਆਂ ਜਿਹੜਾ ਇੱਕ ਨਗਰ ਆਇਆ। ਬਸੈ ਤਿਖਾਨਾ ਭਗਤ ਮਨ ਭਾਵਾ। ਉਸ ਨਗਰ ਵਿੱਚ ਇੱਕ ਤਰਖਾਣ ਵਸਦਾ ਸੀ ਜਿਹਦੇ ਮਨ ਨੂੰ ਪਰਮੇਸ਼ਰ ਦੀ ਪ੍ਰੇਮਾ ਭਗਤੀ ਪਾਉਂਦੀ ਹੈ।
ਪ੍ਰੇਮਾ ਭਗਤੀ ਮਨ ਨੂੰ ਚੰਗੀ ਲੱਗਦੀ, ਭਗਤੀ ਤੋਂ ਬਿਨਾਂ ਟੁੱਕ ਨਹੀਂ ਸੀ ਮੁਖ ਵਿੱਚ ਪਾਉਂਦਾ। ਸੰਤਨ ਕੀ ਸੇਵਾ ਨਿਤ ਕਰਹੀ, ਆਏ ਗਏ ਸੰਤਾਂ ਸਾਧੂਆਂ ਦੀ ਹਮੇਸ਼ਾ ਹੀ ਸੇਵਾ ਕਰਦਾ ਸੀ ਬੜੇ ਪ੍ਰੇਮ ਨਾਲ। ਅਧਿਕ ਭਾਉ ਹਿਰਦੇ ਮਹਿ ਧਰਹੀ, ਫਿਰ ਬਹੁਤ ਉਹ ਸੰਤਾਂ ਨਾਲ ਸਾਧੂਆਂ ਨਾਲ ਇਹ ਪ੍ਰੇਮ ਰੱਖਦਾ ਸੀ। ਤਰਖਾਣ ਬੜੇ ਇਹਦੇ ਅੰਦਰ ਸ਼ਰਧਾ ਸੀ ਪੱਕੀ ਸੰਤਾਂ ਸਾਧੂਆਂ ਲਈ। ਕਰਨਾ ਕਿਰਤਾਰਥ ਜਨ ਕੇ ਹੇਤਾ, ਮਹਾਰਾਜ ਇਸ ਨੂੰ ਆਪਣਾ ਜਨ ਸੇਵਕ ਜਾਣ ਕੇ ਵੀ ਸਾਡਾ ਦਾਸ ਹੈ, ਕਿਉਂਕਿ ਸਾਡੇ ਸੰਤਾਂ ਦੀ ਸੇਵਾ ਕਰਦਾ ਹੈ। ਉਸ ਆਪਣੇ ਜਨ ਨੂੰ ਨਿਹਾਲ ਕਰਨ ਵਾਸਤੇ ਮਹਾਰਾਜ ਚਲੇ ਗਏ ਦੇ ਘਰ। ਸ੍ਰੀ ਗੁਰ ਤਿਹ ਕੇ ਗਏ ਨਿਕੇਤਾ, ਗੁਰੂ ਮਹਾਰਾਜ ਇਸ ਗਰੀਬ ਤਰਖਾਣ ਦੇ ਘਰ ਆਪਣੇ ਆਪ ਹੀ ਚਲੇ ਗਏ ਬਿਨਾਂ ਕਿਸੇ ਕਹੇ ਦੇ। ਉਠ ਤੇ ਖਾਨਾ ਸਾਦਰ ਬੈਸਾਏ, ਜਦੋਂ ਇਹਨੇ ਵੇਖਿਆ ਵੀ ਸਾਧੂ ਸੰਤ ਆਏ ਹੈ, ਬੜੇ ਪ੍ਰੇਮ ਨਾਲ ਉੱਠ ਕੇ ਬੜੇ ਪਿਆਰ ਨਾਲ ਬਿਠਾਇਆ ਮਹਾਰਾਜ ਜੀ ਨੂੰ, ਭਾਈ ਬਾਲਾ ਮਰਦਾਨਾ ਜੀ ਨੂੰ। ਨਿਸਾ ਬਿਖੈ ਸੇਵੇ ਮਨ ਲਾਏ, ਜਦੋਂ ਰਾਤ ਹੋਈ ਹੈ, ਰਾਤ ਸਮੇਂ ਮਨ ਲਾ ਕੇ ਬਹੁਤ ਸੇਵਾ ਕੀਤੀ ਹੈ, ਭੋਜਨ ਛਕਾਇਆ। ਸੋਹਣਾ ਪਲੰਘ ਜਿਹੜਾ ਹੈ ਉਹ ਉਹਦੇ 'ਤੇ ਵਸਤਰ ਵਿਛਾ ਕੇ ਦਿੱਤੇ ਵੀ ਮਹਾਰਾਜ ਇੱਥੇ ਸੌਂ ਆਪ ਜੀ। ਭਾਈ ਭੋਰ ਗੁਰ ਕੀਨ ਤਿਆਰੀ, ਜਦੋਂ ਸਵੇਰ ਹੋਈ ਹੈ ਗੁਰੂ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ। ਛਪਰੀ ਤੋਰ ਤਾਹੇ ਕੀ ਡਾਰੀ, ਨਾਨਕ ਜਿਸਕੇ ਚਲਤ ਨਾ ਜਾਹੀ ਲਖਣੇ, ਨਾਨਕ ਤਿਸੇ ਤੇ ਆਏ। ਜੋ ਪਰਮੇਸ਼ਰ ਨੂੰ ਜਾਣਿਆ ਨਹੀਂ ਨਾ ਜਾ ਸਕਦਾ, ਗੁਰੂ ਮਹਾਰਾਜ ਨੇ ਉਹ ਅਚਰਜ ਕੌਤਕ ਕੀਤਾ ਹੈ ਇਸ ਤਰਖਾਣ ਗਰੀਬ ਦੇ ਨਾਲ। ਜਦੋਂ ਮਹਾਰਾਜ ਨੇ ਚੱਲਣ ਦੀ ਤਿਆਰੀ ਕੀਤੀ ਹੈ, ਇਹਦੀ ਜਿਹੜੀ ਢੱਠੀ ਜਿਹੀ ਕੁੱਲੀ ਛਪਰੀ ਸੀ ਵਿਚਾਰੇ ਦੀ, ਉਹ ਮਹਾਰਾਜ ਨੇ ਸਾਰੀ ਢਾਹ ਦਿੱਤੀ ਹੈ। ਜੇ ਮਚ ਦੀਨਾ ਸੋਵਨ ਹੇਤੂ, ਤੇ ਜੋ ਗੁਰੂ ਸਾਹਿਬ ਜੀ ਨੂੰ ਪਲੰਘ ਦਿੱਤਾ ਸੀ ਸੌਣ ਵਾਸਤੇ, ਸੋ ਤੋਰੇ ਬੇਦੀ ਕੁਲ ਕੇਤੂ, ਬੇਦੀਆਂ ਦੀ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਨੇ ਉਹ ਪਲੰਘ ਵੀ ਤੋੜ ਦਿੱਤਾ ਹੈ ਸਲੋਤਰ ਜਾ ਲੈ ਕੇ। ਮ੍ਰਿਤਕਾ ਕੇ ਬਾਸਨ ਥੇ ਜੋ, ਫਿਰ ਗਰੀਬ ਤਰਖਾਣ ਦੇ ਘਰ ਜਿਹੜੇ ਕੋਈ ਮਿੱਟੀ ਦੇ ਭਾਂਡੇ ਟਿੰਡੇ ਸਨ, ਹੋਰੇ ਤਿਹ ਸ਼ਿਨ ਮਹਿ ਸਭ ਤੇਉ, ਮਹਾਰਾਜ ਜੀ ਨੇ ਉਸ ਵੇਲੇ ਉਹ ਮਿੱਟੀ ਦੇ ਭਾਂਡੇ ਜਿਹੜੇ ਪਏ ਸੀ ਉਹ ਵੀ ਸਾਰੇ ਭੰਨ ਤੋੜ ਦਿੱਤੇ ਦੇ। ਇਸ ਪ੍ਰਕਾਰ ਕਰ ਸਦਨ ਉਜਾਰਾ, ਇਸ ਤਰ੍ਹਾਂ ਇਹ ਗਰੀਬ ਤਰਖਾਣ ਦੇ ਸਾਰੇ ਘਰ ਨੂੰ ਹੀ ਉਜਾੜ ਕਰਕੇ ਗਮਨ ਹੇਤ ਸ੍ਰੀ ਗੁਰ ਭੇਟਿਆਰਾ, ਗੁਰੂ ਨਾਨਕ ਦੇ ਮਹਾਰਾਜ ਪਰਮੇਸ਼ਰ ਰੂਪ ਚੱਲਣ ਲਈ ਤਿਆਰ ਹੋ ਗਏ। ਸਾਰਾ ਹੀ ਕੌਤਕ ਕਰਕੇ ਘਰ ਭੰਨ ਵਿੱਚ ਤੋੜ ਭੰਨ ਕਰਕੇ ਇਹਨੂੰ ਵਿਚਾਰਨ ਨੂੰ ਘਰੋਂ ਬੇਘਰ ਕਰਕੇ। ਸੋ ਤਿਖਾਨ ਮਨ ਇਸ ਸਥਿਰ ਕਰਕੇ, ਪਰ ਉਹ ਤਰਖਾਣ ਵੀ ਧਨ ਸੀ, ਕਹਿੰਦੇ ਮਨ ਨੂੰ ਐ ਸਥਿਤ ਕਰਕੇ ਆਪਣਾ ਮਨ ਨਹੀਂ ਡਲਾਇਆ। ਜਾਂ ਵੇਖ ਲਓ ਵੀ ਚੰਗੇ ਸਾਧੂ ਆ, ਨਾਲੇ ਸੇਵਾ ਕੀਤੀ ਹੈ, ਸੌਣ ਨੂੰ ਮੰਜਾ ਦਿੱਤਾ ਹੈ, ਖਾਣ ਨੂੰ ਭਾਂਡੇ ਦਿੱਤੇ ਹੈ, ਆ ਮੇਰੇ ਭਾਂਡੇ ਵੀ ਤੋੜ ਦਿੱਤੇ ਹੈ, ਮੇਰਾ ਘਰ ਵੀ ਢਾਹ ਦਿੱਤਾ ਹੈ, ਮੇਰਾ ਪਲੰਘ ਤੋੜ ਦਿੱਤਾ। ਵੀ ਇਹ ਸਾਧੂਆਂ ਨੇ ਕੀ ਕੀਤਾ? ਮਨ ਆਪਣਾ ਨਹੀਂ ਡੁਲਾਇਆ, ਉਹ ਸੰਤਾਂ ਦੀ ਸੇਵਾ ਵਿੱਚ ਹੀ ਰੱਖਿਆ, ਮਨ ਸਥਿਤ ਕਰਕੇ ਰੱਖਿਆ ਹੈ। ਗਮਨਿਓ ਸੰਗੰ ਵਿਦਾ ਵਿਚਰਕ, ਪਰ ਮਹਾਰਾਜ ਜੀ ਦੀ ਵਿਦਾਇਗੀ ਵਿਚਾਰ ਕੇ ਵੀ ਚਲੇ ਚੱਲੇ ਹੈ ਸੰਤ, ਸਗੋਂ ਨਾਲ ਚੱਲ ਪਿਆ। ਨਿਕਸ ਵਹਿਰ ਬੋਲਿਓ ਮਰਦਾਨਾ, ਪ੍ਰੇਮ ਨਾਲ ਕਹਿੰਦਾ ਚਲੋ ਮਹਾਰਾਜ ਜੀ ਮੈਂ ਤੁਹਾਨੂੰ ਗਾਂਹ ਕਰ ਆਵਾਂ। ਉਹ ਘਰ ਢੱਠਾ ਨਹੀਂ ਵੇਖਿਆ, ਭਾਂਡੇ ਟੁੱਟੇ ਨਹੀਂ ਵੇਖੇ, ਕਹਿੰਦਾ ਚਲੋ ਮਹਾਰਾਜ ਤੁਹਾਨੂੰ ਮੈਂ ਥੋੜ੍ਹਾ ਦੂਰ ਛੱਡ ਹੀ ਆਉਣਾ ਤੁਹਾਡੇ ਨਾਲ ਜਾ ਕੇ। ਜਦੋਂ ਬਾਹਰ ਆਏ ਹੈ
ਇਹ ਪਾਸੇ ਜੇ ਹੋ ਕੇ ਭਾਈ ਮਰਦਾਨਾ ਬੋਲਿਆ ਸਤਿਗੁਰਾਂ ਨੂੰ, ਮੁਝ ਹੈ ਬਤਾਵਹੁ ਕਿਰਪਾ ਨਿਦਾਨਾ। ਇਹ ਕਿਰਪਾ ਦੇ ਖਜ਼ਾਨੇ ਗੁਰੂ ਨਾਨਕ ਸਾਹਿਬ ਜੀ, ਮੈਨੂੰ ਤੇ ਦੱਸੋ ਨਾ ਥੋੜੀ ਬਹੁਤੀ ਗੱਲ। ਰਣ ਰਹਿਣ ਕੇ ਹਿਤ ਇਸ ਗ੍ਰਾਮੋ, ਯਹੀਂ ਰਾਤ ਰਹਿਣਾ ਸੀ, ਰਾਤ ਰਹਿਣ ਵਾਸਤੇ ਇਸ ਪੂਰੇ ਨਗਰ ਵਿੱਚ ਹੀ। ਨਹਿ ਕਿਨਹੁ ਦੀਨਾ ਬਿਸਰਾਮੋ, ਕਿਸੇ ਨੇ ਵੀ ਆਪਣੇ ਘਰ ਵਿੱਚ ਵਿਸ਼ਰਾਮ ਕਰਨ ਲਈ ਸਾਨੂੰ ਰਹਿਣ ਲਈ ਨਹੀਂ ਦਿੱਤਾ ਸੀ। ਦੋਹਰਾ ਇਹ ਜੋ ਦੀਨ ਤਿਖਾਨ ਹੈ। ਪਰ ਮਹਾਰਾਜ ਆ ਜਿਹੜਾ ਸਾਡੇ ਨਾਲ ਚੱਲਿਆ ਹੁੰਦਾ ਗਰੀਬ ਤਰਖਾਨ, ਦੀਨ ਹਮ ਕੋ ਥਾਏ, ਇਹਨੇ ਸਾਰੇ ਨਗਰ ਨੂੰ ਛੱਡ ਕੇ ਆਪਣੇ ਘਰ ਥਾਂ ਦਿੱਤੀ ਸੀ ਸਾਨੂੰ। ਰਣ ਵਿਖਾ ਸੇਵਾ ਕਰੀ, ਤੇ ਰਾਤ ਵਿੱਚ ਜਦੋਂ ਰਾਤ ਪਈ ਸਭ ਤਰ੍ਹਾਂ ਨਾਲ ਹੀ ਸਾਡੀ ਸੇਵਾ ਕੀਤੀ, ਕੋਈ ਕਮੀ ਨਹੀਂ ਰਹਿਣ ਦਿੱਤੀ ਇਹਨੇ। ਪ੍ਰੀਤ ਹਿਰਦੈ ਅਧਿਕਾਏ, ਜਿਹਦੇ ਹਿਰਦੇ ਵਿੱਚ ਬਹੁਤ ਜ਼ਿਆਦੀ ਪ੍ਰੀਤੀ, ਜਿਵੇਂ ਕੋਈ ਵਿਆਹ 'ਚ ਭੱਜ ਭੱਜ ਕੇ ਕੰਮ ਕਰਦਾ ਹੈ, ਐਵੇਂ ਇਹਨੇ ਵਿਚਾਰੇ ਨੇ ਸਾਡੀ ਸੇਵਾ ਕੀਤੀ ਸੀ। ਚੌਪਈ ਬਹਰ ਆਇਓ ਕਰਨ ਵਿਦਾਈ, ਵੇਖ ਲੋ ਫਿਰ ਮਹਾਰਾਜਾ ਸਾਨੂੰ ਵਿਦਾ ਕਰਨ ਵਾਸਤੇ ਵੀ ਨਾਲ ਆਇਆ ਹੈ। ਸਭ ਬਿਦ ਕੀਨੀ ਇਨ ਭਲਿਆਈ, ਇਸ ਗਰੀਬ ਤਰਖਾਨ ਨੇ ਤੇ ਸਭ ਤਰ੍ਹਾਂ ਨਾਲ ਹੀ ਮਹਾਰਾਜ ਸਾਡੇ ਨਾਲ ਭਲਾਈ ਕੀਤੀ, ਚੰਗਿਆਈ ਕੀਤੀ ਹੈ। ਤੁਮ ਨ ਛਪਰੀ ਇਸ ਕੀ ਤੋਰੀ, ਪਰ ਤੁਸਾਂ ਨੇ ਕੀ ਭਲਾਈ ਕੀਤੀ, ਤੁਸਾਂ ਨੇ ਕੀ ਮਹਾਰਾਜ ਚੰਗਿਆਈ ਕੀਤੀ ਹੈ। ਉਲਟਾ ਉਹਦੀ ਭਲਾਈ ਕਰਨ ਦੀ ਬਜਾਏ ਸਗੋਂ ਗਰੀਬ ਦੀ ਛਪੜੀ ਜਿਹੜੀ ਆ ਵੀ ਤੋੜ ਭੰਨ ਦਿੱਤੀ, ਢਾਹ ਦਿੱਤੀ ਹੈ। ਘਰ ਕੀ ਔਰ ਸਮਗਰੀ ਫੋਰੀ, ਫਿਰ ਘਰ ਵਿੱਚ ਜਿਹੜੀ ਹੋਰ ਸਮੱਗਰੀ ਸੀ, ਪਲੰਘ ਦਿੱਤਾ ਸੌਣ ਨੂੰ, ਭਾਂਡੇ ਮਿੱਟੀ ਦੇ ਵਿਚਾਰੇ ਦੇ ਉਹ ਵੀ ਸਾਰੇ ਭਾਨੀ ਦਿੱਤੇ ਆਪ ਨੇ। ਕਿਉਂ ਤੁਮਾਰੇ ਮਨ ਮੈਂ ਰਿਸ ਆਈ, ਮਹਾਰਾਜ ਤੁਹਾਡੇ ਮਨ ਵਿੱਚ ਕਿਉਂ ਇਹ ਗਰੀਬ ਤੇ ਇੰਨੀ ਨਾਰਾਜ਼ੀ ਆਈ ਹੈ, ਕਿਉਂ ਗੁੱਸਾ ਆਇਆ ਹੈ। ਇਸਕੇ ਸਿਰ ਪਰ ਅਸ ਗੁਜ਼ਰਾਈ, ਇਸ ਵਿਚਾਰੇ ਗਰੀਬ ਦੇ ਸਿਰ ਉੱਪਰ ਇੰਨਾ ਤੁਸੀਂ ਆ ਗੁਜ਼ਾਰ ਦਿੱਤੀ ਹੈ, ਪਾ ਦਿੱਤੀ ਹੈ ਗੱਲ ਵੀ ਸਭ ਕੁਝ ਹੀ ਘਰੋਂ ਬਿਕਾਰੀ ਕਰ ਦਿੱਤਾ ਹੈ। ਗੁਰੂ ਕਹਾ ਇਨ ਸੇਵ ਜੋ ਕੀਨੰ, ਮਹਾਰਾਜ ਦੇ ਕੋਈ ਜਾਣ ਨਹੀਂ ਨਾ ਸਕਦਾ ਲੀਲਾ। ਗੁਰੂ ਕਹਿਣ ਲੱਗੇ, ਮਰਦਾਨਿਆਂ, ਜੋ ਇਸ ਸਾਡੇ ਸੇਵਕ ਨੇ ਸਾਡੀ ਸੇਵਾ ਕੀਤੀ ਹੈ, ਭਈ ਪਰਵਾਨਾ ਲਿਹੋ ਮਨ ਚੀਨੰ, ਇਹਦੀ ਸੇਵਾ ਦੇ ਸਾਨੂੰ ਪ੍ਰਵਾਨ ਹੋ ਗਈ, ਤੂੰ ਇਹ ਮਨ 'ਚ ਜਾਣ ਲਾ, ਇਹ ਨਾ ਸੋਚ ਵੀ ਇਹਦਾ ਘਰ ਢਾਹ ਦਿੱਤਾ ਹੈ। ਇਹਦੀ ਸੇਵਾ ਦੇ ਸਾਨੂੰ ਪ੍ਰਵਾਨ ਹੋ ਗਈ, ਭਾ ਗਈ ਹੈ। ਤੇ ਜਿੱਥੇ ਗੁਰੂ ਦੀ ਸੇਵਾ ਭਾ ਜਾਵੇ ਗੁਰੂ ਨੂੰ, ਉੱਥੇ ਤੇ ਕੋਈ ਕਮੀ ਨਹੀਂ ਰਹਿ ਜਾਂਦੀ। ਸੋ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ, ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪਕ ਸੰਭਲ ਭੰਨੇ। ਉਹ ਸੇਵਾ ਕੀਤੀ ਸਫਲ ਹੈ ਜਿਹੜੀ ਜਿਹਦੇ ਤੇ ਗੁਰੂ ਦਾ ਮਨ ਮੰਨ ਜਾਏ। ਜੇ ਗੁਰੂ ਦਾ ਮਨ ਮੰਨ ਗਿਆ ਤੇ ਫਿਰ ਕਹਿੰਦੇ ਸਾਰੇ ਜਿਹੜੇ ਪਾਪ ਉਹ ਭੱਜ ਜਾਂਦੇ ਆ, ਸਭ ਪ੍ਰਾਪਤੀ ਹੋ ਜਾਂਦੀ ਹੈ। ਇੱਧਰ ਹੁਣ ਗੁਰੂ ਜੀ ਨੇ ਦੀ ਸੇਵਾ ਭਾ ਗਈ ਹੈ ਤੇ ਮਹਾਰਾਜ ਕਹਿੰਦੇ ਆ, ਮਰਦਾਨਿਆ ਇਹਦੀ ਤੇ ਸੇਵਾ ਸਾਨੂੰ ਪ੍ਰਵਾਨ ਹੋਈ, ਤੂੰ ਮਨ ਵਿੱਚ ਜਾਣ ਲਾ, ਸਮਝ ਲਾ। ਹਸ ਕਹਿ ਮੋਰਿਓ ਸਦਨ ਤਿਖਾਨਾ, ਇਸ ਤਰ੍ਹਾਂ ਕਹਿ ਕੇ ਮਹਾਰਾਜ ਜੀ ਨੇ ਉਹ ਤਰਖਾਨ ਨੂੰ ਵਾਪਸ ਮੋੜ ਦਿੱਤਾ ਵੀ ਭਾਈ ਸਿੱਖਾ ਹੁਣ ਤੂੰ ਵਾਪਸ ਚਲਿਆ ਜਾ। ਕੀ ਆਗੇ ਕੋ ਆਪ ਪਿਆਨਾ, ਤੇ ਆਪ ਮਹਾਰਾਜ ਜੀ ਨੇ ਜਿਹੜਾ ਅੱਗੇ ਨੂੰ ਚੱਲਣਾ ਕੀਤਾ, ਚਾਲਾ ਮਾਰ ਦਿੱਤਾ। ਦੇਖੇ ਸਦਨ ਜਾਏ ਤਿਨ ਜਬ ਹੀ, ਐਸਾ ਸਿਦਕ ਇਸ ਗਰੀਬ ਤਰਖਾਨ ਦਾ ਮਨ ਵਿੱਚ ਇੱਕ ਫੁਰਨਾ ਤੱਕ ਨਹੀਂ ਲਿਆਂਦਾ ਵੀ ਇੰਨੀ ਸੇਵਾ ਕੀਤੀ, ਘਰ ਮੇਰਾ ਢਾਹ ਦਿੱਤਾ। ਸਿਦਕ ਦਾ ਪੱਕਾ ਸੀ, ਪਰ ਜਦੋਂ ਹੀ ਇਹ ਗੁਰੂ ਸਾਹਿਬ ਜੀ ਨੂੰ ਵਿਦਿਆ ਕਰਕੇ ਤੇ ਘਰ ਆਪਣੇ ਵਾਪਸ ਆਇਆ ਹੈ ਤੇ ਇਸ ਨੇ ਸੋਹਣੇ ਜਿਹੜੇ ਮਕਾਨ ਬਣੇ ਦੇਖੇ ਐ। ਮੰਦਰ ਸੁੰਦਰ ਬਣੇ ਸੋ ਤਬ ਹੀ, ਜਦੋਂ ਘਰ ਆ ਕੇ ਵਾਪਸ ਵੇਖਿਆ ਸੋਹਣੇ ਮੰਦਰ ਜਿਹੜੇ ਆ ਮਕਾਨ ਬਣੇ ਹੋਏ ਸੀ, ਜਿਵੇਂ ਉਹ ਸੁਦਾਮਾ ਭਗਤ ਜੀ ਸੋਚਦੇ ਆ ਜਦੋਂ ਕ੍ਰਿਸ਼ਨ ਜੀ ਨੇ ਕੁਝ ਦੇ ਕੇ ਨਹੀਂ ਨਾ ਤੋਰਿਆ, ਉਹ
ਹਰ ਜਿਹੜਾ ਦਵਾਰਕਾ ਨਗਰੀ 'ਚ ਬਾਹਰ ਆ ਕੇ ਸੋਚਦੇ, ਕਹਿੰਦੇ ਸੁਦਾਮਿਆ ਤੈਨੂੰ ਤੇ ਕ੍ਰਿਸ਼ਨ ਨੇ ਦਿੱਤਾ ਹੀ ਕੱਖ ਨਹੀਂ ਹੈ। ਫਿਰ ਮਨ ਨੂੰ ਸਮਝਾਉਂਦੇ, ਕਹਿੰਦੇ ਨਾ ਨਾ ਮਨਾ ਐਵੇਂ ਨਾ ਸੋਚ, ਉਹ ਕ੍ਰਿਸ਼ਨ ਤੇ ਰੱਬ ਰੂਪ ਹੈ, ਅਤੇ ਜੇ ਉਹ ਤੈਨੂੰ ਆ ਗਲ ਨਾਲ ਹੀ ਲਾ ਕੇ ਮਿਲ ਗਏ, ਤੈਨੂੰ ਹੋਰ ਕੀ ਚਾਹੀਦਾ ਹੈ। ਐਵੇਂ ਤੂੰ ਨਾ ਸੋਚ ਵੀ ਤੈਨੂੰ ਦਿੱਤਾ ਕੱਖ ਨਹੀਂ ਹੈ। ਉਹ ਮਨ 'ਚ ਸਿਦਕ ਜਿਹਾ ਧਾਰ ਕੇ ਵਾਪਸ ਆ ਗਏ ਸੀ। ਜਦੋਂ ਇਹ ਘਰ ਆਏ ਹੈ, ਉਹ ਕੀ ਵੇਖਿਆ, ਤੇ ਘਰ ਤੇ ਝੌਂਪੜੀ ਟੁੱਟੀ ਹੈ ਨਹੀਂ ਹੈ, ਅਤੇ ਘਰ ਬੜਾ ਤਕੜਾ ਬਣਿਆ ਹੋਇਆ ਮਹਿਲ ਹੀ, ਜਿਹੋ ਜਿਹਾ ਕ੍ਰਿਸ਼ਨ ਭਗਵਾਨ ਦਾ ਉਹੋ ਜਿਹਾ ਮੰਦਰ ਮਕਾਨ ਸੁਦਾਮੇ ਦਾ ਬਣਿਆ ਹੋਇਆ ਹੈ। ਇਹ ਕੁਝ ਵੇਖ ਕੇ ਸੁਦਾਮਾ ਭਗਤ ਜੀ ਪਿਛਾਂਹ ਹੀ ਮੁੜ ਚੱਲੇ। ਕਹਿੰਦੇ ਮੇਰਾ ਘਰ ਲੱਗਦਾ ਕਿਸੇ ਨੇ ਢਾਹ ਦਿੱਤਾ, ਇੱਥੇ ਕੋਈ ਤਗੜਾ ਵਪਾਰੀ ਵਸ ਗਿਆ। ਉਹ ਬੱਚਿਆਂ ਨੇ ਵੇਖ ਕੇ ਆਵਾਜ਼ ਮਾਰੀ ਵੀ ਇਹਦੇ ਪਿਤਾ ਜੀ ਹੈ। ਮਾਤਾ ਨੂੰ ਦੱਸਿਆ ਹੈ। ਮਾਤਾ ਜੀ ਬਾਹਰ ਆਏ, ਸੁਦਾਮਾ ਭਗਤ ਜੀ ਨੂੰ ਘਰ ਵਾਪਸ ਲੈ ਕੇ ਗਏ। ਕਹਿੰਦੇ ਹੇ ਪਤੀ ਦੇਵੇ, ਆਪਣੇ ਘਰ ਹੈ, ਇਹ ਕ੍ਰਿਸ਼ਨ ਜੀ ਦੀ ਮਿਹਰ ਹੋਈ ਹੈ। ਅਤੇ ਉਸ ਵਕਤ ਸੁਦਾਮਾ ਭਗਤ ਜਿਹੜਾ ਵਿਰਾਗ ਨਾਲ ਹੀ ਆਪਣੇ ਸਾਰੇ ਅੰਗ ਭਿਉਂਲੇ ਸਨ ਵੀ ਹੋ ਕ੍ਰਿਸ਼ਨ ਭਗਵਾਨ ਤੂੰ ਤੇ ਧਨ ਹੈ, ਮੈਨੂੰ ਤੇ ਧਰਮ ਅਰਥ ਕਾਮ ਮੋਖ ਸਾਰਾ ਕੁਝ ਹੀ ਬਖਸ਼ ਦਿੱਤਾ ਹੈ। ਮੇਰੇ ਮਨ 'ਚ ਇਹ ਫੁਰਨਾ ਹੁੰਦਾ ਸੀ ਵੀ ਮੈਨੂੰ ਆਪਣੇ ਘਰ ਵਿੱਚੋਂ ਖਾਲੀ ਮੋੜ ਦਿੱਤਾ ਹੈ। ਅਤੇ ਉੱਥੇ ਦੇ ਮਨ 'ਚ ਆ ਵੀ ਗਿਆ ਸੀ ਨਾ ਫੁਰਨਾ ਵੀ ਮੈਨੂੰ ਖਾਲੀ ਮੋੜ ਦਿੱਤਾ ਹੈ, ਪਰ ਇੱਥੇ ਗੁਰੂ ਕੇ ਸਿੱਖ ਨੂੰ ਇਹ ਫੁਰਨਾ ਵੀ ਨਹੀਂ ਆਇਆ ਵੀ ਮੇਰਾ ਘਰ ਢਾਹ ਦਿੱਤਾ ਹੈ। ਪਰ ਜਦੋਂ ਹੀ ਵਾਪਸ ਆਇਆ, ਕੀ ਵੇਖਿਆ, ਸੋਹਣੇ ਮੰਦਰ ਮਕਾਨ ਬਣੇ ਹੋਏ ਐ, ਜਿਨ ਮਹਿ ਬਾਸਨ ਧਨ ਕੇ ਪੂਰੇ, ਜਿਨ੍ਹਾਂ ਦੇ ਮਕਾਨ ਵਿੱਚ ਜਿਸ ਵਿੱਚ ਭਾਂਡੇ ਪਏ ਹੋਏ, ਦੇ ਭਾਂਡੇ ਵੀ ਪੈਸਿਆਂ ਨਾਲ ਧਨ ਨਾਲ ਹੀ ਭਰੇ ਹੋਏ ਪੂਰੇ। ਧਰੇ ਬਸਤਰ ਨਾਨਾ ਬਿਦਰੂਰੇ, ਤੇ ਜਿਸ ਮਕਾਨ ਵਿੱਚ ਨਾਨਾ ਤਰ੍ਹਾਂ ਦੇ ਸੋਹਣੇ ਵਸਤਰਾਂ ਦੇ ਥਾਨ ਬਹੁਤੇ ਪਏ ਹੋਏ ਐ। ਦੇਖ ਪਦਾਰਥ ਮਨ ਬਿਸਮਾਨਿਓ, ਪਦਾਰਥਾਂ ਨੂੰ ਦੇਖ ਕੇ ਇਹ ਤਰਖਾਣ ਗਰੀਬ ਤੇ ਬਹੁਤ ਹੀ ਅਸਚਰਜ ਹੋਇਆ। ਏਕੰਕਾਰ ਹੁਤੋ ਪਹਿਚਾਨਿਓ, ਉਹ ਪਹਿਚਾਣਿਆ ਮਨ ਵਿੱਚ ਵੀ ਹੇ ਮਨਾ, ਇਹ ਜੋ ਤੇਰੇ ਘਰ ਆਏ ਸੀ ਇਹ ਤੇ ਪਰਮੇਸ਼ਰ ਹੀ ਆਏ ਸਨ। ਸੋਰਠਾ ਚਾਰ ਪਦਾਰਥ ਪਾਏ। ਐਵੇਂ ਇਹ ਭਾਈ ਬਾਲਾ ਜੀ ਕਹਿੰਦੇ, ਗੁਰੂ ਅੰਗਦ ਦੇਵ ਸਾਹਿਬ ਜੀ ਤਰਖਾਣ ਗਰੀਬ ਧਰਮ ਅਰਥ ਕਾਮ ਮੋਖ ਸਾਰੇ ਚਾਰੇ ਪਦਾਰਥ ਹੀ ਪਾ ਕੇ ਭਾਇਓ ਨਿਹਾਲ ਤਿਖਾਨ ਸੋ, ਇਹ ਤਰਖਾਣ ਨਿਹਾਲ ਹੋ ਗਿਆ ਵੀ ਗੁਰੂ ਮਹਾਰਾਜ ਆਗੇ ਦੇ ਸਵੈ ਧਰਮ ਵਿੱਚ ਹੋਰ ਪੱਕਾ ਹੋ ਗਿਆ ਹੈ। ਅਰਥ ਮਾਇਆ ਬਹੁਤ ਆ ਗਈ ਹੈ, ਕਾਮਨਾਵਾਂ ਪੂਰੀਆਂ ਹੋ ਗਿਆ, ਮੁਕਤੀ ਵੀ ਮਿਲ ਗਈ ਹੈ ਗੁਰੂ ਜੀ ਦੇ ਆਉਣੇ ਕਰਕੇ। ਚਾਰੇ ਪਦਾਰਥ ਹੀ ਪਾ ਕੇ ਬਹੁਤ ਹੀ ਗਰੀਬ ਤਰਖਾਣ ਨਿਹਾਲ ਹੋ ਗਿਆ। ਰਹਿਓ ਹਿਰਦਾ ਪਛਤਾਏ, ਤੇ ਹਿਰਦੇ ਵਿੱਚ ਬਹੁਤ ਹੀ ਪਛਤਾਉਂਦਾ ਰਿਹਾ ਬਾਅਦ ਵਿੱਚ। ਸਕਿਓ ਨਾ ਭੇਦ ਪਛਾਨ ਮੈਂ, ਕਹਿੰਦਾ ਹੋ ਮਨਾ, ਮੈਂ ਤੇ ਵੇਖ ਰੱਬ ਘਰ ਵਿੱਚ ਆਇਆ ਹੋਇਆ ਸੀ ਸਾਧੂ ਭੇਖ ਵਿੱਚ, ਉਹਨਾਂ ਨੂੰ ਪਛਾਣ ਹੀ ਨਹੀਂ ਸਕਿਆ। ਚੌਪਈ ਆਗਾ ਕੀਨਾ ਗੁਰੂ ਪੁਨ ਗਵਨੰ, ਐਵੇਂ ਉਹ ਤਰਖਾਣ ਨੂੰ ਨਿਹਾਲ ਕਰਕੇ ਗੁਰੂ ਸਾਹਿਬ ਜੀ ਨੇ ਫਿਰ ਅੱਗੇ ਨੂੰ ਚੱਲਣਾ ਕੀਤਾ। ਜਿਹ ਕੋ ਸਿਮਰਹ 14 ਭਵਨੰ, ਜਿਸ ਗੁਰੂ ਨਾਨਕ ਸਾਹਿਬ ਜੀ ਨੂੰ 14 ਲੋਕ ਹੀ ਸਿਮਰਦੇ ਯਾਦ ਕਰਦੇ ਹੈ ਵੀ ਗੁਰੂ ਨਾਨਕ ਸਾਹਿਬ ਜੀ ਸਾਡੇ ਇਸ ਸਥਾਨ 'ਤੇ ਆਉਣ, ਜਿਸ ਕਰਕੇ ਸਾਡਾ ਭਲਾ ਹੋ ਜਾਵੇ, ਸਾਡੇ ਦੁੱਖ ਨਾਸ ਹੋ ਜਾਣ, ਅਸੀਂ ਕੇਵਲ ਮੁਕਤੀ ਪ੍ਰਾਪਤ ਕਰ ਲਈਏ। ਦੇਸ਼ ਪਟੰਤ ਹੁਤੋ ਜਿਹ ਥਾਏ, ਹੇ ਗੁਰੂ ਅੰਗਦ ਦੇਵ ਸਾਹਿਬ ਜੀ, ਜਿਸ ਥਾਂ ਤੇ ਭੂਟਾਨ ਦੇਸ਼ ਹੈ ਸੀ, ਤਹਾਂ ਜਾਏ ਪਹੁੰਚੇ ਜਗ ਸਾਈ, ਸੰਸਾਰ ਦੇ ਸਾਈ ਮਾਲਕ ਉਹ ਭੂਟਾਨ ਦੇ ਇਲਾਕੇ ਵਿੱਚ ਜਾ ਪਹੁੰਚੇ ਹੈ। ਨਗਰ ਨਿਰਪਤ ਕੇ ਗਏ ਸਮੀਪਾ, ਇੱਕ ਨਗਰ ਦਾ ਜਿਹੜਾ ਰਾਜਾ ਹੈ ਉਹਦੇ ਰਾਜੇ ਦੇ ਨਗਰ ਹੇਠਾਂ ਨਗਰ ਦੇ ਕੋਲ ਚਲੇ ਗਏ। ਬਿਟਪ ਦੇਖ ਬੇਦੀ ਕੁਲ ਦੀਪਾ, ਬੇਦੀਆਂ ਦੀ ਕੁਲ ਦੇ ਪ੍ਰਕਾਸ਼ ਰੂਪ ਸਤਿਗੁਰੂ ਜੀ
ਇਹ ਨਗਰ ਦੇ ਬਾਰ-ਬਾਰ ਸੋਹਣਾ ਬ੍ਰਿਸ਼ ਦੇਖ ਕੇ ਬੈਠੇ ਤਿਹ ਛਾਇਆ ਰਮਣੀਕਾ। ਉਸ ਬ੍ਰਿਸ਼ ਦੀ ਜਿਹੜੀ ਸੁੰਦਰ ਛਾਇਆ ਦੇਖ ਕੇ ਮਹਾਰਾਜ ਜੀ ਜਾ ਬੈਠੇ। ਜਿਨ ਕੇ ਦਰਸ ਕਟੇ ਦੁਖ ਜੀ ਕਾ। ਜਿਨ੍ਹਾਂ ਸਤਿਗੁਰਾਂ ਦੇ ਦਰਸ਼ਨ ਕਰਨੇ ਕਰਕੇ ਇਸ ਜੀਵ ਦਾ ਦੁੱਖ ਜੰਮਣ ਮਰਦਾ 84 ਦਾ ਕੱਟਿਆ ਜਾਂਦਾ ਹੈ। ਆਦ ਵਿਆਦ ਉਪਾਦ ਇਹ ਸਾਰੇ ਦੁੱਖ ਕੱਟੇ ਜਾਂਦੇ ਐ। ਤਿਹ ਕੋ ਨਿਰਪਤ ਹੁਦੋ ਬੜ ਕਾਮੇ। ਇਸ ਨਗਰ ਦਾ ਜਿਹੜਾ ਰਾਜਾ ਸੀ ਬਹੁਤ ਤਕੜਾ ਹੀ ਵਿਸ਼ਈ ਸੀ, ਬੜਾ ਕਾਮੀ ਸੀ। ਸਦਾ ਰਹਿਤ ਪਰ ਇਸਤਰਨ ਗਾਮੇ। ਜੋ ਹਮੇਸ਼ਾ ਹੀ ਪਰਾਈ ਦੂਜਿਆਂ ਦੀ ਇਸਤਰੀਆਂ ਦੇ ਨਾਲ ਹੀ ਖੇ ਖਾਂਦਾ ਸੀ। ਤਿਹ ਪੁਰ ਵਿਆਹ ਕਰਾਵਾ ਜੋ। ਉਸ ਪੁਰੀ ਵਿੱਚ ਸ਼ਹਿਰ ਵਿੱਚ ਜਿਹੜਾ ਵੀ ਕੋਈ ਜਵਾਨ ਵਿਆਹ ਕਰਾਉਂਦਾ ਸੀ, ਘਰ ਨਹਿ ਆਨਹਿ ਤਰਨੀ ਸੋ। ਉਹ ਆਪਣੀ ਨਵ ਵਿਆਹੀ ਵਹੁਟੀ ਪਹਿਲਾਂ ਆਪਣੇ ਘਰ ਨਹੀਂ ਸੀ ਲਿਆਉਂਦਾ ਸਿੱਧੀ। ਪੂਰਬ ਭੂਪਤ ਪਾਸ ਪਠਾਵਤ। ਸਭ ਤੋਂ ਪਹਿਲਾਂ ਜਿਹੜਾ ਇੱਥੋਂ ਦਾ ਰਾਜਾ ਸੀ ਭੈੜਾ, ਉਹ ਰਾਜੇ ਦੇ ਪਾਸ ਭੇਜਦਾ ਸੀ ਆਪਣੀ ਘਰਵਾਲੀ ਨੂੰ। ਮਿਲ ਕੇ ਤਿਹ ਸੋ ਕੇਲ ਕਮਾਵਤ। ਇਹ ਜਿਹੜਾ ਕਾਮੀ ਰਾਜਾ ਹੈ ਉਸ ਨਵ ਵਿਆਹੀ ਵਹੁਟੀ ਨਾਲ ਮਿਲ ਕੇ ਜਿਹੜਾ ਖੇ ਖਾਂਦਾ ਸੀ। ਬਹੁਰ ਸੋ ਆਪਣੇ ਘਰ ਮਹਿਲਿਆਵਹ। ਫਿਰ ਉਹ ਜਵਾਨ ਜਿਹੜਾ ਲਾੜਾ ਲੜਕੀ ਦਾ ਘਰ ਵਾਲਾ ਬਾਅਦ ਵਿੱਚ ਆਪਣੇ ਘਰ ਲਿਆਉਂਦਾ ਸੀ ਆਪਣੀ ਘਰਵਾਲੀ ਨੂੰ। ਕਰੇ ਸੋ ਇਉ ਨ੍ਰਿਪ ਤੇ ਡਰ ਪਾਵਹ। ਰਾਜੇ ਤੋਂ ਡਰਦੇ ਹੋਏ ਇਸ ਨਗਰੀ ਦੇ ਲੋਕ ਵਿਚਾਰੇ ਇਉਂ ਕਰਦੇ ਸਨ। ਤਿਹ ਕੋ ਸਮਤ ਦੇਨ ਕੇ ਹੇਤਾ। ਇਸ ਕਾਮੀ ਰਾਜੇ ਨੂੰ ਸ੍ਰੇਸ਼ਟ ਮਤ ਦੇਣ ਦੇ ਵਾਸਤੇ ਬੈਠ ਗਏ ਬੇਦੀ ਕੁਲ ਕੇਤਾ। ਬੇਦੀਆਂ ਦੀ ਕੁਲ ਦੇ ਧੁਜਾ ਰੂਪ ਗੁਰੂ ਨਾਨਕ ਸਾਹਿਬ ਜੀ ਉਸ ਸੋਹਣੇ ਬ੍ਰਿਸ਼ ਦੀ ਛਾਇਆ ਹੇਠ ਹੀ ਬੈਠ ਗਏ। ਰਹਿਰ ਨਗਰ ਤੇ ਨਰ ਜੇ ਆਏ। ਇੱਧਰ ਜਿਹੜੇ ਪੁਰਸ਼ ਇਸ ਨਗਰ ਤੋਂ ਬਾਹਰ ਆਏ ਸੀ, ਮਿਲੇ ਚਰਨ ਪਰ ਸੀਸ ਝੁਕਾਏ। ਉਹ ਸਤਿਗੁਰੂ ਜੀ ਦੇ ਪਾਸ ਆਣ ਮਿਲੇ ਤੇ ਚਰਨਾਂ ਉੱਪਰ ਆਪਣੇ ਸੀਸ ਨਵਾਏ ਆ, ਝੁਕਾਏ ਐ। ਸਤਿਗੁਰ ਦੀ ਉੱਤਮ ਉਪਦੇਸਾ। ਇਹਨਾਂ ਪੁਰਸ਼ਾਂ ਨੂੰ ਆਉਂਦਿਆਂ ਵੇਖ ਕੇ ਗੁਰੂ ਨਾਨਕ ਸਾਹਿਬ ਜੀ ਨੇ ਮਹਾਨ ਉੱਤਮ ਉਪਦੇਸ਼ ਦਿੱਤਾ। ਜਪਹੁ ਨਾਮ ਨਿਤ ਸ੍ਰੀ ਜਗਤਿ ਸਾ। ਐ ਵੀ ਭਾਈ ਜਿਹੜਾ ਵਾਹਿਗੁਰੂ ਦਾ ਨਾਮ ਹੈ, ਜਗਤ ਦਾ ਜੋ ਮਾਲਕ ਪਰਮੇਸ਼ਰ, ਉਹਦਾ ਜੋ ਸੱਚਾ ਸੁੱਚਾ ਵਾਹਿਗੁਰੂ ਨਾਮ, ਇਹਨੂੰ ਜਪਿਆ ਕਰੋ। ਸੁਨ ਕਰ ਮ੍ਰਿਦਲ ਭਜਨ ਨਰ ਸਭ ਹੀ। ਸਾਰੇ ਪੁਰਸ਼ ਇੱਥੋਂ ਦੇ ਗੁਰੂ ਨਾਨਕ ਸਾਹਿਬ ਜੀ ਦੇ ਬੜੇ ਮਿੱਠੇ ਪਿਆਰੇ ਕੋਮਲ ਬਚਨ ਸੁਣ ਕੇ ਬਸਤਰ ਆਹਾਰ ਲਿਆਵਹਿ ਤਬ ਹੀ। ਉਸ ਵੇਲੇ ਕੋਈ ਬਸਤਰ ਲਿਆਉਣ ਲੱਗਾ ਹੈ, ਕੋਈ ਜਿਹੜਾ ਭੋਜਨ ਲਿਆਉਣ ਲੱਗਾ ਹੈ। ਸਤਿਗੁਰ ਕਹਿਤੇ ਲਹਿ ਨਾਰਾਈ। ਪਰ ਗੁਰੂ ਮਹਾਰਾਜ ਕਿਸੇ ਪਾਸੋਂ ਵੀ ਨਾ ਭੋਜਨ ਰਾਈ ਮਾਤਰ ਲੈਂਦੇ ਐ, ਨਾ ਕੋਈ ਵਸਤਰ ਹੀ ਲੈਂਦੇ ਆ। ਕਹਿੰਦੇ ਆ ਵੀ ਰਹਿਣ ਦਿਓ ਭਾਈ। ਸਰਬ ਵਸਤ ਮੋਰਹਿ ਬਰਿਆਈ। ਐਵੇਂ ਮੱਲੋ ਮੱਲੀ ਮਹਾਰਾਜ ਸਾਰੀਆਂ ਵਸਤੂਆਂ ਮੋੜੀ ਜਾਂਦੇ ਆ ਵੀ ਕੋਈ ਨਹੀਂ ਜੀ, ਸਭ ਕੁਝ ਹੈਗਾ ਹੀ ਹੈ, ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੈ। ਕੇਤਕ ਦਿਵਸ ਬਤੀਤੇ ਤੈਸੇ। ਇਸੇ ਤਰ੍ਹਾਂ ਹੀ ਕਰਦਿਆਂ ਜਦੋਂ ਮਹਾਰਾਜ ਜੀ ਨੂੰ ਉਸੇ ਰੁੱਖ ਦੇ ਹੇਠਾਂ ਬੈਠਿਆਂ ਕੁਝ ਦਿਨ ਲੰਘ ਗਏ। ਕੀਰਤ ਪਸਰੀ ਪੁਰ ਮਹਿ ਆਸੇ। ਇਸ ਤਰ੍ਹਾਂ ਇਹ ਨਗਰ ਵਿੱਚ ਮਹਾਰਾਜ ਜੀ ਦੀ ਬਹੁਤ ਵਡਿਆਈ ਮਹਿਮਾ ਫੈਲ ਗਈ। ਮਹਾਪੁਰਖ ਪੂਰਨ ਹੈ ਸੰਤਾ। ਕਹਿਣ ਲੱਗੇ ਵੀ ਉਹ ਪਿੰਡ ਦੇ ਲੋਕ ਕਹਿੰਦੇ, ਸ਼ਹਿਰ ਦੇ ਕਹਿੰਦੇ, ਆ ਜੋ ਬਾਹਰ ਬ੍ਰਿਸ਼ ਹੇਠਾਂ ਆਣ ਬੈਠੇ ਹੈ ਨਾ, ਇਹ ਬੜੇ ਮਹਾਨ ਪੁਰਖ ਹੈ, ਪੂਰਨ ਸੰਤ ਹੈ, ਬੜੇ ਤਗੜੇ। ਅਪਰ ਨਾ ਜਾਣਹਿ ਬਿਨ ਭਗਵੰਤਾ। ਇਹ ਤੇ ਪਰਮੇਸ਼ਰ ਇੱਥੇ ਆ ਗਿਆ, ਹੋਰ ਨਹੀਂ ਕੋਈ ਆਇਆ, ਐਵੇਂ ਜਾਣਦੇ ਹਨ। ਕਾਮ ਨਾ ਕ੍ਰੋਧ ਨਾ ਲੋਭ ਨਾ ਰਾਈ। ਇਹਨਾਂ ਸੰਤਾਂ ਵਿੱਚ ਤੇ ਕਾਮ ਨਹੀਂ ਹੈ, ਭੋਰਾ ਮਾਤਰ ਲੋਭ ਨਹੀਂ ਹੈ ਕਿਸੇ ਪਦਾਰਥ ਦਾ, ਥੋੜਾ ਮਾਤਰ ਵੀ
ਰਾਈ ਜਿੰਨਾ ਵੀ ਕ੍ਰੋਧ ਨਹੀਂ ਹੈ। ਬੇਪਰਵਾਹੋ ਗਿਰਾ ਸੁਖਦਾਈ। ਫਿਰ ਬੜੇ ਬੇਪਰਵਾਹ ਹੈ ਜਿਨ੍ਹਾਂ ਦੀ ਬਾਣੀ ਬਚਨ ਵੀ ਸੁਖਦਾਈ ਹੈ, ਸੁਖ ਦੇਣ ਵਾਲੇ ਹੈ ਬਚਨ। ਭੂਪਤ ਨਿਕਟ ਜਾਏ ਜਸ ਵਰਨਾ। ਐਵੇਂ ਲੋਕਾਂ ਨੇ ਇਕੱਠਿਆਂ ਹੋ ਕੇ ਰਾਜੇ ਕੋਲ ਜਾ ਕੇ ਸਤਿਗੁਰੂ ਜੀ ਦਾ ਜਸ ਕਿਹਾ ਵੀ ਰਾਜਾ ਇੱਕ ਸੰਤ ਆਣ ਬੈਠੇ ਆ ਬੜੇ ਮਹਾਨ ਕਰਨੀ ਵਾਲੇ। ਵਹਿਰ ਸੰਤ ਇੱਕ ਸ਼ੁਭ ਆਚਰਨਾ। ਨਗਰ ਸਾਡੇ ਤੋਂ ਬਾਰ-ਬਾਰ ਬ੍ਰਿਸ਼ ਦੇ ਹੇਠਾਂ ਇੱਕ ਸੰਤ ਆਏ ਹੈ ਜਿਨ੍ਹਾਂ ਦਾ ਬੜਾ ਸ਼ੁਭ ਆਚਰਣ ਹੈ, ਚੰਗਾ ਕਰਤੱਵ ਕਰਨੀ ਹੈ। ਦਰਸ਼ਨ ਕਰਹੁ ਆਪ ਚਲ ਤਾਹੀਂ। ਤੇ ਰਾਜਾ ਤੂੰ ਵੀ ਚੱਲ ਕੇ ਸਾਡੇ ਨਾਲ ਉਹਨਾਂ ਸੰਤਾਂ ਦਾ ਦਰਸ਼ਨ ਕਰ ਹੀ ਲਓ ਨਾ। ਸੁਨਤ ਬਚਨ ਕਲ ਮਲ ਮਿਟ ਜਾਹੀਂ। ਜਿਨ੍ਹਾਂ ਦੇ ਬਚਨ ਸੁਣਦਿਆਂ ਹੀ ਸਾਰੇ ਪਾਪ ਦਲਿੱਦਰ ਨੱਠ ਜਾਣਗੇ ਤੇਰੇ ਵੀ। ਨਰ ਨ ਪ੍ਰਬੋਧਿਓ ਨਰਪਤ ਆਇਓ। ਐਵੇਂ ਲੋਕਾਂ ਦਾ ਪੁਰਸ਼ਾਂ ਦਾ ਸਮਝਾਇਆ ਇਹ ਰਾਜਾ ਵੀ ਜਿਹੜਾ ਉੱਥੇ ਆ ਗਿਆ। ਉਹ ਕਹਿੰਦੇ ਆ ਨਾ ਜਦੋਂ ਭਾਗ ਜਾਗਦੇ ਉਦੋਂ ਕੰਧਾਂ ਵੀ ਉਪਦੇਸ਼ ਕਰਦੀਆਂ ਅਤੇ ਜਦੋਂ ਭਾਗ ਮਾੜੇ ਹੋ ਜਾਣ ਉਦੋਂ ਗੁਰੂ ਪੀਰ ਦਾ ਵੀ ਉਪਦੇਸ਼ ਨਹੀਂ ਲੱਗਦਾ ਮਨੁੱਖ ਨੂੰ। ਉਹ ਵੀ ਕਹਿੰਦਾ ਬਕਵਾਸ ਮਾਰਦੇ ਲੋਕ। ਬਸਤਰ ਆਹਾਰ ਉਪਾਇ ਨ ਲਿਆਇਓ। ਇਹ ਰਾਜਾ ਜਿਹੜੇ ਬਸਤਰ ਭੋਜਨ ਆਦਿਕ ਭੇਟਾ ਲਿਆਇਆ ਹੈ ਆਨ ਚਰਨ ਪਰ ਬੰਧਨ ਕਰਕੇ। ਤੇ ਸਾਰੀਆਂ ਭੇਟਾਂ ਲਿਆ ਕਰਕੇ ਆਪ ਵੀ ਆਣ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਉੱਪਰ ਨਮਸਕਾਰਾਂ ਕਰਕੇ ਮੱਥੇ ਟੇਕ ਕੇ ਕਰੀ ਬਿਨਾ ਬਚ ਦੀਨ ਉਚਰਕਾ। ਬੜੀ ਦੀਨਤਾਈ ਨਿਮਰਤਾ ਦੇ ਬਚਨ ਉਚਾਰ ਕੇ ਸਤਿਗੁਰੂ ਜੀ ਅੱਗੇ ਬੇਨਤੀਆਂ ਕਰਨ ਲੱਗਾ। ਕਰਹੁ ਉਪਾਇਨ ਅੰਗੀਕਾਰਾ। ਹੈ ਪੂਰਨ ਸੰਤ ਮਹਾਨ ਸ਼ਕਤੀਆਂ ਦੇ ਮਾਲਕ ਜੀ, ਮੈਂ ਜੋ ਭੇਟਾ ਲੈ ਕੇ ਆਇਆ ਹਾਂ ਵਸਤਰ ਤੇ ਭੋਜਨ ਇਸ ਨੂੰ ਅੰਗੀਕਾਰ ਕਰੋ ਜੀ। ਰੋਚ ਸੋ ਖਾਵਹੁ ਰੁਚਿਰ ਆਹਾਰਾ। ਇਹ ਜੋ ਮੈਂ ਸੋਹਣਾ ਭੋਜਨ ਲੈ ਕੇ ਆਇਆ ਜਿੰਨੀ ਤੁਹਾਡੀ ਰੁਚੀ ਜੀ ਕਰਦਾ ਉਹਨਾਂ ਛਕਣਾ ਕਰੋ ਜੀ। ਸੁੰਦਰ ਪਹਿਰਹੁ ਚੀਰ ਸਰੀਰਾ। ਜੋ ਮੈਂ ਸੋਹਣੇ ਵਸਤਰ ਲਿਆਇਆ ਹਾਂ ਉਹ ਸੁੰਦਰ ਵਸਤਰ ਵੀ ਆਪਣੇ ਸੋਹਣੇ ਸਰੀਰ ਤੇ ਪਹਿਰੋ ਜੀ। ਸੰਤ ਰੂਪ ਤੁਮ ਗੁਣੀ ਗਹੀਰਾ। ਕਿਉਂਕਿ ਤੁਸੀਂ ਗੁਣਾਂ ਦੇ ਸਮੁੰਦਰ ਹੋ, ਸੰਤ ਰੂਪ ਸਾਧੂ। ਦੋਹਰਾ ਗੁਰ ਕਹਿ ਹਮਾਰੇ ਕਾਜ ਨ ਹੈ। ਗੁਰੂ ਕਹਿਣ ਲੱਗੇ ਰਾਜਾ ਇਹ ਜਿਹੜੇ ਤੇਰੇ ਲਿਆਂਦੇ ਹੋਏ ਵਸਤਰ ਤੇ ਭੋਜਨ ਸਾਡੇ ਕਿਸੇ ਕੰਮ ਨਹੀਂ ਹਨ। ਦੇਹੋ ਗਰੀਬ ਨ ਜਾਏ। ਜਿਹੜੇ ਤੇਰੇ ਇਲਾਕੇ ਵਿੱਚ ਗਰੀਬ ਗੁਰਬਾ ਹੈ ਨਾ, ਭਲੇ ਕੋਈ ਸਾਧੂ ਨਾਂਗੇ ਸਾਧੂ ਹੋਰ ਗਰੀਬ ਗੁਰਬਾ ਹੈ ਉਹਨਾਂ ਨੂੰ ਤੂੰ ਦੇ ਇਹ ਸਭ ਕੁਝ। ਤ੍ਰਿਪਤ ਸਰਬ ਵਸਤੂਨ ਸਾ। ਅਸੀਂ ਤੇ ਸਾਰੀਆਂ ਵਸਤੂਆਂ ਤੋਂ ਹੀ ਜਿਹੜਾ ਤ੍ਰਿਪਤ ਰੱਜੇ ਹੋਏ ਆ। ਹਮ ਕੋ ਚਾਹੇ ਨਾ ਕਾਏ। ਸਾਨੂੰ ਜਿਹੜਾ ਕਿਸੇ ਵੀ ਪਦਾਰਥ ਦੀ ਚਾਹਨਾ ਨਹੀਂ ਹੈ, ਇੱਛਾ ਨਹੀਂ ਹੈ ਕੋਈ। ਚੌਪਈ ਸਰਦਾ ਔਰ ਧਰ ਜੋਰੇ ਹਾਥਾ। ਇੱਧਰ ਰਾਜੇ ਨੇ ਰਿਦੇ ਵਿੱਚ ਬਹੁਤ ਸ਼ਰਧਾ ਧਾਰ ਕੇ ਦੋਵੇਂ ਹੱਥ ਜੋੜੇ। ਬੋਲਿਓ ਬਚਨ ਬਹਰ ਨਰ ਨਾਥਾ। ਮਨੁੱਖਾਂ ਦਾ ਜੋ ਮਾਲਕ ਹੈ ਰਾਜਾ ਫਿਰ ਬਚਨ ਬੋਲਿਆ। ਸੰਤ ਤੁਮੈ ਪਰਵਾਹੇ ਨਾ ਕੋਈ। ਕਹਿਣ ਲੱਗਾ ਹੇ ਮਹਾਰਾਜ ਤੁਸੀਂ ਦੇ ਸੰਤ ਹੋ, ਤੁਹਾਨੂੰ ਕੋਈ ਪਰਵਾਹ ਨਹੀਂ ਹੈ, ਤੁਸੀਂ ਦੇ ਬੇਪਰਵਾਹ ਹੋ, ਕੋਈ ਚਾਹਨਾ ਨਹੀਂ ਹੈ ਤੁਹਾਡੇ ਮਨ ਵਿੱਚ ਕਿਸੇ ਪਦਾਰਥ ਦੀ। ਮੇਰੋ ਇਸ ਵਿਦ ਭਲਾ ਨਾ ਹੋਈ। ਪਰ ਜੇ ਤੁਸਾਂ ਨੇ ਕੁਝ ਨਾ ਭੇਟਾ ਲਈ ਮਹਾਰਾਜ ਇਸ ਤਰ੍ਹਾਂ ਮੇਰਾ ਤੇ ਨਹੀਂ ਨਾ ਭਲਾ ਹੋਣਾ ਕਿਸੇ ਤਰ੍ਹਾਂ। ਸੰਤ ਸਦੀਵ ਸਰਬ ਉਪਕਾਰੀ। ਜਿਹੜੇ ਰੱਬ ਦੇ ਸੰਤ ਹੁੰਦੇ ਆ ਉਹ ਤੇ ਹਮੇਸ਼ਾ ਪਰਉਪਕਾਰੀ ਹੁੰਦੇ ਆ। ਕਰਹੁ ਭਲਾ ਲਿਹੁ ਭੇਟ ਹਵਾਰੀ। ਇਸ ਕਰਕੇ ਮਹਾਰਾਜ ਮੇਰੀ ਭੇਟਾ ਆਪ ਜੀ ਲੈ ਲਓ, ਗ੍ਰਹਿਣ ਕਰ ਲਓ, ਮੇਰਾ ਭਲਾ ਕਰ ਦਿਓ। ਰਾਵਰ ਸਰਨ ਪਰਿਓ ਮੈਂ ਆਈ। ਕਿਉਂਕਿ ਮੈਂ ਰਾਜਾ ਆਪ ਜੀ ਦੀ ਸ਼ਰਨ ਆਇਆ ਕੇ ਪੈ ਗਿਆ ਹਾਂ। ਸੁਣੀ ਸ਼ਰਵਣ ਮਹਿ ਅਧਿਕ ਵਡਾਈ। ਜਦੋਂ ਸਤਿਗੁਰ ਕਹਿਣ ਲੱਗਾ ਵੀ ਮਹਾਰਾਜ ਮੈਂ ਆਪ ਜੀ ਦੀ ਵਡਿਆਈ ਆਪਣੇ ਕੰਨਾਂ ਵਿੱਚ ਬਹੁਤ ਹੀ ਸੁਣੀ ਹੋਈ ਹੈ। ਕਿਰਪਾ ਧਾਰ ਗੁਰ ਕਹਿਓ ਬਹੋਰੀ। ਫਿਰ ਕਿਰਪਾ
ਧਾਰ ਕੇ ਸਤਿਗੁਰੂ ਜੀ ਨੇ ਕਿਹਾ, ਕਰਨ ਭਲਾ ਨਿਜ ਚਾਹੇ ਜੇ ਤੋਰੀ। ਮਾਵੇ ਕਹਿੰਦੇ ਰਾਜਾ ਜੇ ਤੂੰ ਆਪਣੇ ਭਲਾ ਕਰਨ ਦੀ ਚਾਹਨਾ ਕਰਦਾ, ਤੇਰੀ ਇੱਛਾ ਹੈ ਮਨ ਵਿੱਚ, ਤਾਜ ਬਿਵਚਾਰ ਜੋ ਪਾਪ ਕਮਾਵਤ। ਆ ਜਿਹੜਾ ਤੂੰ ਬੇਵਿਚਾਰ ਜਾ ਕਰਕੇ ਪਾਪ ਕਮਾਉਂਦਾ ਹੈ ਨਾ, ਇਹਨੂੰ ਫਿਰ ਛੱਡ। ਨਿਤ ਪਰ ਤ੍ਰੀय ਸੋ ਕੇਲ ਰਚਾਵਤ। ਜੋ ਹਮੇਸ਼ਾ ਤੂੰ ਦੂਸਰਿਆਂ ਦੀ ਇਸਤਰੀਆਂ ਨਾਲ ਕੇਲਾਂ ਕਰਦਾ, ਕ੍ਰੀੜਾ ਕਰਦਾ ਹੈ। ਜੇ ਤੂੰ ਤਜਹਿ ਮਾਨ ਬਚ ਹਮਰਾ। ਜੇ ਤੂੰ ਸਾਡਾ ਬਚਨ ਮੰਨ ਕੇ ਇਹ ਆਪਣਾ ਬੇਵਿਚਾਰ ਪਾਪ ਕਮਾਉਣਾ ਛੱਡ ਦੇਵੇਂ, ਸਰਬ ਪ੍ਰਕਾਰ ਭਲਾ ਹੋਇਆ ਤੁਮਰਾ। ਫਿਰ ਅਸੀਂ ਕਹਿੰਨੇ ਆ ਵੀ ਸਭ ਤਰ੍ਹਾਂ ਨਾਲ ਹੀ ਤੇਰਾ ਭਲਾ ਹੋ ਜਾਏਗਾ। ਅਪਰ ਪਦਾਰਥ ਕੀ ਜੇ ਚਾਹੀ। ਜੇ ਤੈਨੂੰ ਕਿਸੇ ਹੋਰ ਹੀ ਪਦਾਰਥ ਦੀ ਚਾਹਨਾ ਇੱਛਾ ਹੈ, ਸੋ ਦਿਵਾਏ ਦੇ ਪ੍ਰਭ ਪਾਹੀ। ਉਹ ਵੀ ਅਸੀਂ ਤੈਨੂੰ ਪਰਮੇਸ਼ਰ ਵਾਹਿਗੁਰੂ ਕੋਲੋਂ ਦਵਾ ਦਿਆਂਗੇ। ਸੁਨ ਕਰ ਪੂਪਤ ਸਰਦ ਬੜਾਈ। ਸੁਣ ਕਰਕੇ ਇਹ ਜਿਹੜਾ ਰਾਜਾ ਸੀ ਮਹਾਰਾਜ ਦੇ ਬਚਨ, ਇਹਨੇ ਬਹੁਤ ਹੀ ਸ਼ਰਧਾ ਵਧਾਈ ਹੈ। ਸਿੱਖ ਹੋਣ ਕੀ ਗਿਰਾ ਅਲਾਈ। ਵੀ ਮੈਂ ਇਹਨਾਂ ਦਾ ਸਿੱਖ ਹੋ ਜਾਵਾਂ, ਸਿੱਖਿਆ ਲੈ ਕੇ ਸਿੱਖ ਹੋਣ ਦੀ ਬਚਨ ਬਾਣੀ ਕਿਹਾ ਹੈ। ਮਨ ਚੰਚਲ ਵਿਸ਼ਿਆਨ ਲਪਟਾਵਾ। ਕਹਿਣ ਲੱਗਾ, ਹੇ ਪਰਮੇਸ਼ਰ ਰੂਪ ਸੰਤ ਜੀ, ਇਹ ਮਨ ਬੜਾ ਚੰਚਲ ਹੈ, ਵਿਸ਼ਿਆਂ ਵਿੱਚ ਲੰਪਟ ਹੁੰਦਾ, ਭੱਜ ਭੱਜ ਲੱਗਦਾ ਜਾ ਕੇ ਵਿਸ਼ਿਆਂ ਨੂੰ। ਤੀਰ ਰਸ ਤੇ ਕਬ ਨਹਿ ਤ੍ਰਿਪਤਾਵਾ। ਮੇਰਾ ਜਿਹੜਾ ਮਨ ਐਸਾ ਚੰਚਲ ਹੋ ਗਿਆ ਵੀ ਇਸਤਰੀ ਦੇ ਰਸ ਤੋਂ ਕਦੀ ਰਜਦਾ ਹੀ ਨਹੀਂ ਹੈ। ਨਿਤ ਪ੍ਰਤ ਲਾਲਸ ਬਦੈ ਬਧੇਰੀ। ਸਗੋਂ ਹਮੇਸ਼ਾ ਨਿਤਾ ਪ੍ਰਤੀ ਰੋਜ਼ ਦੀ ਰੋਜ਼ ਬਹੁਤ ਹੀ ਦੇ ਵਿੱਚ ਚਾਹਨਾ ਵੱਧ ਰਹੀ ਹੈ ਜੀ। ਜਾਂ ਈਂਧਨ ਤੇ ਅਗਨ ਕਨੇਰੀ। ਜਿਵੇਂ ਲੱਕੜਾਂ ਨਾਲ ਅੱਗ ਬਹੁਤੀ ਵੱਧਦੀ ਹੈ। ਨਿਜ ਉਪਦੇਸ਼ ਸੁਨਾਏ ਵਿਸਾਲਾ। ਇਸ ਕਰਕੇ ਸੰਤ ਜੀ ਜਿਹੜਾ ਆਪ ਜੀ ਦਾ ਉਪਦੇਸ਼ ਹੈ ਮਹਾਨ ਹੈ, ਉਸ ਨੂੰ ਸੁਣਾ ਕੇ ਮਮ ਮਨ ਮੋਰਹ ਗੁਰੂ ਕਿਰਪਾਲਾ। ਹੇ ਦਿਆਲੂ ਕਿਰਪਾਲੂ ਗੁਰੂ ਸਾਹਿਬ ਜੀ, ਮੇਰਾ ਜਿਹੜਾ ਮਨ ਵਿਸ਼ਿਆਂ ਵੱਲ ਭੱਜਦਾ ਹੈ, ਇਸ ਮੇਰੇ ਮਨ ਚੰਚਲ ਨੂੰ ਮੋੜੋ ਵਿਸ਼ਿਆਂ ਵੱਲੋਂ। ਸੁਨ ਕਾ ਦੀਨ ਬੰਦ ਅਸ ਬਚਨਾ। ਇਹਦੇ ਦੀਨਤਾਈ ਦੇ ਐਸੇ ਬਚਨ ਸੁਣ ਕੇ ਜੋ ਦੀਨਾਂ ਦੇ ਬੰਧੂ ਰਿਸ਼ਤੇਦਾਰ ਹੈ ਗੁਰੂ ਪਰਮੇਸ਼ਰ, ਬੋਲੇ ਤੀय ਵਿਰਾਗ ਕੀ ਰਚਨਾ। ਐਸੇ ਬਚਨ ਸੋਹਣੇ ਬੋਲੇ ਹੈ ਜਿਹਦੇ ਵਿੱਚ ਆ ਤ੍ਰੀਮਤ ਦੇ ਵੱਲੋਂ ਵਿਰਾਗ ਹੋ ਜਾਏ, ਇਸਤਰੀ ਦੇ ਵਿਭਚਾਰ ਵੱਲੋਂ ਐਸੇ ਸੋਹਣੇ ਪਦਾਂ ਦੀ ਰਚਨਾ ਕਰਕੇ ਬੋਲੇ ਹੈ ਗੁਰੂ ਸਾਹਿਬ। ਓ ਨ੍ਰਿਪਤੀ ਮੈਂ ਕੋ ਵਥਨੀ ਕੀ। ਹੇ ਰਾਜਾ, ਸਾਨੂੰ ਦੱਸ ਵੀ ਇਸਤਰੀ ਵਿੱਚ ਵੀ ਤੂੰ ਕਿਹੜੀ ਜਿਹੜੀ ਚੰਗੀ ਵਸਤੂ ਦੇਖੀ ਹੈ, ਜਿਸ ਅਵਲੋਕ ਪ੍ਰੀਤ ਹੋਇਆ ਜੀ ਕੀ। ਵੀ ਜਿਸ ਨੂੰ ਵੇਖ ਕੇ ਇਹ ਜੀ ਦੇ ਵਿੱਚ ਪ੍ਰੀਤੀ ਹੋ ਜਾਏ, ਪ੍ਰੇਮ ਹੋ ਜਾਏ, ਐਸੀ ਤੂੰ ਕਿਹੜੀ ਵਸਤੂ ਵੇਖੀ ਹੈ ਇਸਤਰੀ ਤ੍ਰੀਮਤ ਵਿੱਚ। ਜੇ ਲੋਚਨ ਕਹਿ ਕਮਲ ਸਮਾਨਾ। ਆ ਜਿਹੜੀਆਂ ਅੱਖਾਂ ਨੂੰ ਵੇਖ ਕੇ, ਨੇਤਰਾਂ ਨੂੰ ਵੇਖ ਕੇ ਕਾਮੇ ਪੁਰਸ਼ ਕਾਮਨਾ ਦੇ ਵਾਸ ਹੋਏ, ਕਾਮ ਦੇ ਮਾਰੇ ਹੋਏ ਕਹਿੰਦੇ ਨੇ ਵੀ ਇਹ ਨੇਤਰ ਕਮਲ ਦੇ ਸਮਾਨ ਹੈ, ਪੱਤਰਿਆਂ ਵਾਂਗ। ਗੀੜ ਬਹਿਤ ਜਹ ਬਿਖਤ ਗਿਲਾਨਾ। ਉਹਨਾਂ ਨੇਤਰਾਂ ਵਿੱਚ ਹੀ ਜਿਨ੍ਹਾਂ ਨੂੰ ਇਹ ਮਨੁੱਖ ਕਮਲ ਵਰਗੇ ਕਹਿੰਦਾ ਹੈ ਨਾ, ਕਾਮ ਦਾ ਮਾਰਿਆ, ਉਹਨਾਂ ਨੇਤਰਾਂ ਵਿੱਚੋਂ ਜਦੋਂ ਗਿੱਡ ਵਹਿੰਦੀ ਹੈ ਤੇ ਜਿਸ ਗਿੱਡ ਨੂੰ ਵੇਖ ਕੇ ਗਿਲਾਨੀ ਹੁੰਦੀ ਹੈ, ਨਫ਼ਰਤ ਹੁੰਦੀ ਹੈ। ਹੋਰ ਬਿਲੋ ਕਹਾਂ ਜੇ ਤਿਨ ਮਾਹੀ। ਫਿਰ ਜੇ ਉਹਨਾਂ ਨੇਤਰਾਂ ਨੂੰ ਤੋੜ ਕੇ ਆ ਭੰਨ ਕੇ ਵੇਖਿਆ ਜਾਏ ਉਹਨਾਂ ਵਿੱਚ, ਮੇਜ ਨੀਰ ਬਿਨ ਔਰ ਸੋ ਨਾਹੀ। ਵੀ ਉਹਦੇ ਵਿੱਚ ਤੇ ਮੇਜੀ ਹੈ ਨਾ, ਮੇਜ ਹੈ, ਪਾਣੀ ਹੈ, ਇਸ ਤੋਂ ਬਿਨਾਂ ਤੇ ਹੋਰ ਤੇ ਨਹੀਂ ਨਾ ਕੁਝ ਦਿਸਦਾ ਨੇਤਰਾਂ ਵਿੱਚੋਂ। ਅਪਰ ਅੰਗਤ ਨਰੀਤ ਸਨੀਜਾ। ਜਿਹੜੇ ਹੋਰ ਤ੍ਰੀਮਤ ਦੇ ਅੰਗ ਹੈ ਉਹਨਾਂ ਦੀ ਵੀ ਰੀਤੀ ਸੁਣ ਲਈਏ ਰਾਜਾ। ਚੰਦ ਸਰਸ ਕੋ ਬਦਨ ਕਹੀਜਾ। ਜਿਸ ਮਨੁੱਖ ਨੂੰ ਕਾਮ ਦਾ ਮਾਰਿਆ, ਇਹ ਕਹਿੰਦਾ ਵੀ ਇਹ ਜਿਹੜਾ ਮੁੱਖ ਹੈ
ਪੂਰਨਮਾਸ਼ੀ ਦੇ ਚੰਦਰਮਾ ਵਰਗਾ ਹੈ। ਚਰਬੀ ਰਕਤ ਲਪੇਟਿਓ ਚਾਮਾ, ਰਾਜਾਓ ਮੁਖ ਤੇ ਆ ਖੂਨ ਚਰਬੀ ਦੇ ਚੰਮ ਤੇ ਮਿੱਝ ਨਾਲ ਹੀ ਲਪੇਟਿਆ ਹੋਇਆ ਹੈ। ਗੋਰ ਰੰਗ ਪਿਖਿਅਤ ਅਬਰਾਮਾ, ਜਿਸ ਕਰਕੇ ਸੁੰਦਰ ਗੋਰਾ ਰੰਗ ਦੇਖਿਆ ਜਾਂਦਾ, ਤੱਕਿਆ ਜਾਂਦਾ ਹੈ। ਉਂਝੇ ਜਿਹੜਾ ਮੁਖ ਹੈ ਉਹਦੇ ਖੂਨ, ਨਾੜਾਂ, ਚਮੜੀ, ਚਰਬੀ ਦੇ ਨਾਲ ਹੀ ਤਾਂ ਲਪੇਟਿਆ ਹੋਇਆ ਹੈ। ਇਨ ਵਸਤਨ ਬਿਨ ਹੋਏ ਨਾ ਆਨਾ, ਇਹਨਾਂ ਵਸਤੂਆਂ ਤੋਂ ਬਿਨਾਂ ਤੇ ਹੋਰ ਤੇ ਨਹੀਂ ਨਾ ਕੋਈ ਹੁੰਦਾ ਹੈ। ਵੀ ਰਕਤ ਹੁੰਦੀ ਹੈ, ਚੰਮ ਹੁੰਦਾ, ਮਾਸ ਹੁੰਦਾ, ਨਾੜੀਆਂ ਹੁੰਦੀਆਂ, ਖੂਨ ਹੁੰਦਾ ਹੈ। ਇਹਦੇ ਬਿਨਾਂ ਤੇ ਮੁੱਖ ਨਹੀਂ ਨਾ ਹੁੰਦਾ। ਜਿਨ ਹੈ ਬਿਲੋ ਕੇ ਆਏ ਗਿਲਾਨਾ, ਇਹੀ ਜੇ ਪ੍ਰਤੱਖ ਪਈ ਹੋਵੇ ਚਰਬੀ, ਖੂਨ ਬਾਹਰ ਡੁੱਲਿਆ ਹੋਵੇ, ਚੰਮ ਨੰਗਾ ਹੋਵੇ ਤੇ ਇਸ ਨੂੰ ਵੇਖ ਕੇ ਗਿਲਾਨੀ ਹੁੰਦੀ, ਨਫ਼ਰਤ ਹੁੰਦੀ ਹੈ। ਕੌਣ ਜੇ ਦਾਤ ਕਹਿ ਕਲੀ ਸਮਾਨੇ, ਫਿਰ ਜਿਸ ਦੇ ਕਾਮ ਦੇ ਵਸ ਹੋਇਆ ਇਹ ਮਨੁੱਖ, ਜਿਨ੍ਹਾਂ ਦੰਦਾਂ ਨੂੰ ਵੇਖ ਕੇ ਕਹਿੰਦਾ ਵੀ ਇਹ ਦੰਦ ਕਲੀਆਂ ਦੇ ਸਮਾਨ ਹੈ, ਚਿੱਟੇ। ਮਾਸ ਬਿਨਾ ਲਹਿ ਹਾਡ ਪਛਾਨੇ, ਰਾਜਾਓ ਤੇ ਮਾਸ ਤੋਂ ਬਿਨਾ ਹੱਡ ਪਛਾਣ ਲਾ, ਦੰਦਾਂ ਨੂੰ ਹੱਡ ਹੈ ਮਾਸ ਤੋਂ ਬਿਨਾ। ਮੁਖ ਤੇ ਟੂਟ ਜਾਹੇ ਜੇ ਸੋ, ਜੇ ਉਹ ਦੰਦ ਹੱਡ ਮੁਖ ਵਿੱਚੋਂ ਟੁੱਟ ਜਾਣ ਉਹ ਇਸਤਰੀ ਦੇ, ਚਾਹਤ ਹਾਥ ਨਾ ਛੁਆਇਓ ਕੋ, ਫਿਰ ਉਹਨਾਂ ਹੱਡਾਂ ਦੰਦਾਂ ਨੂੰ ਕੋਈ ਛੂਹਣਾ ਨਹੀਂ ਚਾਹੁੰਦਾ ਜਿਨ੍ਹਾਂ ਨੂੰ ਕਲੀਆਂ ਦੇ ਸਮਾਨ ਕਹਿੰਦਾ ਇਹ ਪੁਰਸ਼। ਇਸੀ ਪ੍ਰਕਾਰ ਦੇਹ ਲਖ ਸਾਰੀ, ਇਸੇ ਤਰ੍ਹਾਂ ਰਾਜਾ ਤੂੰ ਸਾਰੀ ਦੇਹ ਨੂੰ ਜਾਣ ਲਾ ਵੀ ਹਾਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਇਹ ਹਾਡ ਮਾਸ ਨਾੜੀ ਪਿੰਜਰ ਦੇ ਬਣਿਆ ਹੋਇਆ ਸਰੀਰ। ਹਾਡ ਮਾਸ ਹੈ ਰਗਤ ਮਝਾਰੀ, ਹੱਡ ਹੈ, ਮਾਸ ਹੈ ਤੇ ਖੂਨ ਹੈ ਵਿੱਚ, ਮੇਜ ਹੈ, ਨਾੜਾਂ ਹੈ, ਗੰਦਗੀ ਹੈ ਸਰੀਰ ਵਿੱਚ। ਵਿਸ਼ਟਾ ਮੂਤਰ ਯੁਗਤ ਦੁਰਗੰਧੇ, ਗਾਵੇਂ ਦੁਰਗੰਧੀ ਦੇ ਸਹਿਤ ਹੈ। ਵਿਸ਼ਟਾ ਹੈ ਅੰਦਰ, ਲਘੂ ਸ਼ੰਕਾ ਗੰਦਾ ਪਿਸ਼ਾਬ ਹੈ। ਕਿਹ ਕੋ ਪੇਖ ਲੁਭਾਏ ਮਤ ਅੰਧੇ, ਰਾਜਾ ਮਤ ਦੇ ਅੰਨਿਆ ਤੂੰ ਕਿਸ ਇਹ ਰੂਪ ਝੂਠੇ ਨੂੰ ਵੇਖ ਕੇ ਲੁਭਾਏਮਾਨ ਹੋ ਰਿਹਾ ਹੈ। ਮੁਖ ਮੈਂ ਥੂਕ ਸੀਂਡ ਬਹੁ ਨਾਸਾ, ਜਿਹੜੇ ਮੁਖ ਦੀ ਤੂੰ ਸਿਫਤ ਕਰਦਾ ਉਹ ਮੁਖ ਵਿੱਚ ਤੇ ਥੁੱਕ ਹੈ, ਨਾਸਾਂ ਵਿੱਚ ਸੀਂਡ ਹੈ। ਉਪਰ ਚਰਮ ਬਾਲ ਹੈ ਰਾਸਾ, ਉੱਪਰ ਜਿਹੜਾ ਚੰਮ ਹੈ ਨਾ ਉਹ ਚੰਮ ਦੇ ਉੱਪਰ ਰੋਮ ਹੀ ਰੋਮ ਵਾਲ ਹੈ ਛੋਟੇ ਛੋਟੇ। ਹੇ ਨ੍ਰਿਪ ਇਸ ਪ੍ਰਕਾਰ ਔਰ ਧਾਰਹੁ, ਰਾਜਾ ਹੀ ਕਹਿੰਦੇ ਆ ਤੂੰ ਇਸ ਤਰ੍ਹਾਂ ਧਾਰੀ ਦੇ ਵਿੱਚ ਗਿਆਨ ਧਾਰ ਲਾ ਪੱਕਾ ਕਰਕੇ। ਵਸਤ ਕੌਣ ਸੀ ਭਲੀ ਵਿਚਾਰਹੁ, ਫਿਰ ਤੂੰ ਦੱਸ ਵੀ ਇਹ ਤ੍ਰੀਮਤ ਵਿੱਚ ਜਿਹੜਾ ਤੂੰ ਖਚਿਤ ਹੋ ਰਿਹਾ ਕਿਹੜੀ ਵਸਤੂ ਜਿਹੜੀ ਚੰਗੀ ਜਾਣੀ, ਅਸੀਂ ਤੇ ਤੈਨੂੰ ਸਾਰਾ ਕੁਝ ਦੱਸ ਹੀ ਦਿੱਤਾ ਹੈ ਨਾ। ਮਹਾਦੁਰਗੰਧ ਮੰਦਨੀ ਸੋ, ਉਹ ਤੇ ਬਹੁਤ ਮਹਾਦੁਰਗੰਧੀ ਵਾਲੀ ਭੈੜੀ ਹੈ ਸਰੀਰ। ਕਹ ਨਾਰ ਕੀ ਪ੍ਰੀਤ ਹੈ ਜੋ, ਜਿਹੜੀ ਇਸਤਰੀ ਦੀ ਪ੍ਰੀਤ ਕਰਨੀ ਨਾ ਸਰੀਰ ਨੂੰ ਵੇਖ ਕੇ ਤੇ ਬਹੁਤ ਮਾੜੀ ਹੈ ਰਾਜਾ। ਜੋ ਪਰਤਾਛ ਹੀ ਇਹ ਮਲਿਨੀ, ਜੋ ਆਖਿਆ ਦਿਸ ਰਿਹਾ ਹੈ ਵੀ ਆ ਤੈਨੂੰ ਦੱਸ ਦਿੱਤਾ ਵੀ ਸੀਂਡ ਹੋਵੇ ਤੇ ਮੁੱਖ 'ਚ ਥੁੱਕ ਹੈ, ਗੰਦਗੀ ਹੈ, ਵਿਸ਼ਟਾ ਹੈ, ਇਹਦੇ ਵਿੱਚ ਚੰਗੀ ਵਸਤੂ ਤੇ ਕੋਈ ਨਹੀਂ ਨਾ ਹੈਗੀ। ਜਿਵੇਂ ਸ਼੍ਰੀ ਪ੍ਰਬੋਧ ਚੰਦਰ ਨਾਟਕ ਵਿੱਚ ਦੱਸਿਆ ਹੋਇਆ ਪੰਡਿਤ ਗੁਲਾਬ ਸਿੰਘ ਜੀ ਨੇ, ਕਹਿੰਦੇ ਹੇ ਮੇਰੇ ਮਨਾ, ਜਿਸ ਇਸਤਰੀ ਨੂੰ ਵੇਖ ਕੇ ਤੂੰ ਆ ਵਸੋਂ ਬਾਹਰ ਹੋ ਜਾਣਾ, ਕਾਮੀ ਹੋ ਜਾਣਾ, ਤੈਨੂੰ ਉਸ ਇਸਤਰੀ ਦੀ ਮੈਂ ਹਾਲਤ ਦੱਸਦਾ। ਕਹਿੰਦੇ ਵੇਖੋ ਲੋਕੋ, ਜਦੋਂ ਜਿਸ ਇਸਤਰੀ ਨੇ ਸ਼ਿੰਗਾਰ ਕੀਤਾ ਹੋਵੇ, ਸੋਹਣੇ ਵਸਤਰ ਪਾਏ ਹੋਣ, ਸਿਰ ਦੇ ਵਿੱਚ ਵਾਲ ਦੇ ਵਿੱਚ ਚੀਰਾ ਪਾਇਆ ਹੋਵੇ, ਹਾਰ ਸ਼ਿੰਗਾਰ ਕਰਕੇ ਜੇ ਉਹ ਬਾਜ਼ਾਰ ਵਿੱਚ ਦੀ ਲੰਘੇ ਤੇ ਲੋਕ ਦੁਨੀਆ ਸਾਰੀ ਉਸ ਨੂੰ ਤੱਕਦੀ ਹੈ। ਪਰ ਜੇ ਉਹੀਓ ਇਸਤਰੀ ਆਪਣੇ ਕੇਸ ਖਿਲਾਰ ਕੇ ਉਹਦਾ ਸੀਂਡ ਵਗਦਾ ਹੋਵੇ, ਮੁੱਖ 'ਚੋਂ ਲਾਲਾਂ ਡਿੱਗਦੀਆਂ ਹੋਣ, ਪਾਟੇ ਵਸਤਰ ਹੋਣ, ਸਰੀਰ 'ਤੇ ਮੈਲ ਚੜੀ ਹੋਵੇ, ਇਸ਼ਨਾਨ ਆਦਿਕ ਨਾ ਕੀਤਾ ਹੋਵੇ ਤੇ ਲੋਕ ਉਹਨੂੰ ਵੇਖ ਕੇ ਗਿਲਾਨੀ ਕਰਦੇ ਹੈ। ਇਹ ਜੋ ਕੁਝ ਵੀ ਹੈ ਸਰੀਰ ਦੀ ਬਣਤਰ ਹਾਰ ਸ਼ਿੰਗਾਰ ਕਰਕੇ ਹੈ। ਹੇ ਮੇਰੇ ਮਨਾ, ਤੂੰ ਇਹ ਭਰਮ ਨਾ, ਤੂੰ ਆਪਣੇ ਰਸਤੇ ਤੋਂ ਥਿੜਕ ਨਾ,
ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੇ ਮੁੱਢ ਨੂੰ ਪਛਾਣ। ਹੈ ਵਿਸ਼ਿਆਂ ਵਿੱਚ ਤੂੰ ਕਿਉਂ ਖਚਿਤ ਹੋ ਰਿਹਾ ਹੈ? ਇਹ ਵਿਸ਼ਿਆਂ ਕਰਕੇ ਤੂੰ ਦੁੱਖ ਪਾਏਗਾ। ਇਹ ਪੁਰਾਣਾਂ ਵਿੱਚ, ਸਮ੍ਰਿਤੀਆਂ ਵਿੱਚ, ਧਰਮ ਗ੍ਰੰਥਾਂ ਵਿੱਚ ਲਿਖਿਆ ਹੋਇਆ ਹੈ। ਇੱਥੇ ਗੁਰੂ ਮਹਾਰਾਜ ਇਸੇ ਤਰ੍ਹਾਂ ਦੀ ਸਿੱਖਿਆ ਹੀ ਦੇ ਰਹੇ ਸਾਨੂੰ। ਕਹਿੰਦੇ ਵੀ ਜੋ ਪ੍ਰਤੱਖ ਹੀ ਮੈਲੀ ਮਲੀਨ ਹੈ। ਬਾਹਰ ਸਨਹਾ ਪਰਤੀ ਰਤ ਕੀਨੀ। ਰਾਜਾ ਤੂੰ ਹੋਰ ਵੀ ਸੁਣ ਲਾ, ਜਿਹੜੀ ਪਰਾਈ ਇਸਤਰੀ ਨਾਲ ਰੱਤੀ ਕਰਨੀ ਹੈ, ਭੋਗ ਵਿਲਾਸ ਕਰਨਾ ਹੈ, ਸੋ ਪਾਵਤ ਹੈ ਨਰਕ ਮਝਾਰੀ। ਉਹ ਮਨੁੱਖ ਪਰਾਈ ਇਸਤਰੀ ਨਾਲ ਗਮਨ ਕਰਨ ਵਾਲਾ ਅੰਤ ਨੂੰ ਨਰਕ ਵਿੱਚ ਸੁੱਟਿਆ ਜਾਂਦਾ, ਪਾਇਆ ਜਾਂਦਾ ਹੈ। ਜਮ ਕੇ ਦੂਤ ਦੇਤ ਦੁਖ ਭਾਰੀ। ਜਿਸ ਕਰਕੇ ਧਰਮ ਰਾਜ ਦੇ ਦੂਤ ਉਹਨੂੰ ਬੜਾ ਭਾਰੀ ਦੁੱਖ ਦਿੰਦੇ ਉਹ ਨਰਕ ਵਿੱਚ। ਕਰ ਲੋਹੇ ਕੀ ਤੀਅਤ ਪਾਵੈ। ਉਹ ਮਨੁੱਖ ਨੂੰ ਖੜਿਆ ਕਰਕੇ ਕਹਿੰਦੇ ਆ ਵੀ ਹਾਂ ਤੈਨੂੰ ਬਹੁਤ ਸ਼ੌਂਕ ਹੈ ਨਾ, ਲੈ ਠੀਕ ਤੇਰਾ ਸ਼ੌਂਕ ਪੂਰਾ ਕਰਦੇ ਆ। ਉਹ ਕੀ ਕਰਦੇ? ਜਮ ਦੇ ਦੂਤ ਇੱਕ ਲੋਹੇ ਦੀ ਜਿਹੜੀ ਇਸਤਰੀ ਬਣਾ ਕੇ ਤਪਾ ਕੇ ਖੜੀ ਕਰ ਦਿੰਦੇ ਨਰਕ ਵਿੱਚ। ਬਾਂਧ ਤਾਹੇ ਘਰ ਸੰਗ ਲਗਾਵੈ। ਫਿਰ ਉਹ ਮਨੁੱਖ ਨੂੰ ਕਹਿੰਦੇ ਵੀ ਤੈਨੂੰ ਸ਼ੌਂਕ ਬਹੁਤ ਸੀ, ਉਹ ਜਿਹੜੀ ਲੋਹੇ ਦੀ ਬਣਾ ਕੇ ਇਸਤਰੀ ਤਪਾਉਂਦੇ, ਪਹਿਲਾਂ ਇਹ ਲਾਲ ਸੁਰਖ ਕਰ ਲੈਂਦੇ ਐ ਅੰਗਾਰ ਵਾਂਗ, ਫਿਰ ਬੰਨ ਕੇ ਉਹਦੇ ਗਲ ਨਾਲ ਉਹਨੂੰ ਲਾਉਂਦੇ ਐ। ਹੋਤ ਕਸ਼ਟ ਬਹੁ ਕਰਤ ਪੁਕਾਰਾ। ਜਿਸ ਕਰਕੇ ਇਹ ਜੀਵ ਬਾਅਦ ਵਿੱਚ ਬੜਾ ਦੁਖੀ ਹੁੰਦਾ, ਤੜਫਦਾ, ਪੁਕਾਰਾਂ ਕਰਦਾ ਹੈ। ਫਿਰ ਉੱਥੇ ਕੋਈ ਸੁਣਦਾ ਨਹੀਂ ਇਸ ਦੀ। ਮੋਹਰ ਕਰਹਿ ਜਮ ਡੰਡਨ ਮਾਰਾ। ਪਹਿਲਾਂ ਨੂੰ ਇਹ ਸਜ਼ਾ ਦਿੰਦੇ ਐ, ਕਈ ਸਮੇਂ ਤੱਕ ਤਪਾ ਛੱਡਦੇ, ਲਾ ਛੱਡਦੇ ਲੋਹੇ ਦੀ ਇਸਤਰੀ ਨਾਲ ਨਰਕ ਵਿੱਚ। ਫਿਰ ਜਮ ਦਾ ਡੰਡ ਵੱਜਦਾ ਹੈ, ਜਮ ਉਹਨੂੰ ਤਾੜਦੇ, ਡੰਡੇ ਮਾਰਦੇ ਬਹੁਤ। ਖਿਨਕ ਜੇ ਮਨ ਸੁਖ ਪਾਵਹਿ ਕਾਮੀ। ਕਾਮੀ ਪੁਰਸ਼ ਜੋ ਕਾਮ ਕਰਕੇ ਛਿਨ ਮਾਤਰ ਹੀ ਸੁਖ ਪਾਉਂਦਾ ਹੈ, ਵਿਸ਼ੇ ਭੋਗ ਕੇ। ਗੁਰੂ ਅਰਜਨ ਦੇਵ ਸਾਹਿਬ ਜੀ ਕਹਿੰਦੇ ਨਿਮਖ ਕਾਮ ਸਵਾਦ ਕਾਰਨ ਕੋਟ ਦਿਨ ਦੁਖ ਪਾਵੈ। ਘਰੀ ਮੋਹਤ ਰੰਗ ਮਾਣ ਹੈ, ਫਿਰ ਬਹੁਰ ਬਹੁਰ ਪਛਤਾਵ ਹੈ। ਕਹਿੰਦੇ ਮਹਾਰਾਜ ਨਿਮਖ ਕਾਮ ਸਵਾਦ ਕਾਰਨ ਕਹਿੰਦੇ ਬਹੁਤ ਰੰਗ ਰਣੀਆਂ ਮਾਣਦਾ ਜੀਵ, ਪਰ ਬਾਅਦ ਵਿੱਚ ਕਰੋੜਾਂ ਹੀ ਜਨਮ ਦੁੱਖ ਪਾਉਂਦਾ ਇਸੇ ਕਰਕੇ। ਇਹਦਾ ਛੁਟਕਾਰਾ ਨਹੀਂ ਹੁੰਦਾ ਹੈ। ਫਿਰ ਪਛਤਾਵਾ ਕਰਦਾ ਹੈ। ਕਾਮ ਰਤ ਭੋਗਣ ਤੋਂ ਬਾਅਦ ਪ੍ਰਤੱਖ ਵੀ ਤੇ ਧਰਮ ਰਾਜੇ ਦੀ ਪੂਰੀ ਵਿੱਚ ਵੀ। ਪਰ ਜੀਵ ਵਿਚਾਰਾ ਕਰੇ ਕੀ? ਇਸ ਦੇਹੀ ਅੰਦਰ ਪੰਜ ਚੋਰ ਵਸ ਹੈ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਅੰਮ੍ਰਿਤ ਲੂਟ ਹੈ, ਮਨਮੁਖ ਨਹੀਂ ਬੂਝ ਹੈ, ਕੋਈ ਨਾ ਸੁਣੇ ਪੁਕਾਰਾ। ਪਰ ਮਨ ਦਾ ਮਾਰਿਆ ਹੈ ਨਾ ਜੀਵ, ਜਿਸ ਕਰਕੇ ਅੰਮ੍ਰਿਤ ਦਿਨੋਂ ਦਿਨ ਲੁੱਟਿਆ ਜਾ ਰਿਹਾ ਅੰਦਰੋਂ। ਪਰਮੇਸ਼ਰ ਦਾ ਨਾਮ ਜਪਿਆ ਨਹੀਂ ਜਾ ਰਿਹਾ ਜੀਵ ਪਾਸੋਂ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦਾ ਮਾਰਿਆ ਲੁੱਟਿਆ ਜਾ ਰਿਹਾ, ਜਿਸ ਕਰਕੇ ਕੋਈ ਪੁਕਾਰ ਨਹੀਂ ਸੁਣੇਗਾ ਜੀ ਉੱਥੇ। ਗੁਰੂ ਸਾਹਿਬ ਜੀ ਐਸੇ ਪੱਖ ਵਿੱਚ ਹੀ ਇੱਥੇ ਸਿੱਖਿਆ ਦੇ ਰਹੇ ਸਾਨੂੰ ਸਾਧ ਸੰਗਤ ਜੀ। ਕਹਿੰਦੇ ਬਹੁਤ ਕਸ਼ਟ ਹੁੰਦਾ ਹੈ ਇਹ ਪੁਕਾਰਾਂ ਕਰਦਾ ਹੈ। ਜਿਸ ਕੰਨਾਂ ਨਾਲ ਗੱਲਾਂ ਸੁਣਦਾ ਸੀ ਉਹਨਾਂ ਕੰਨਾਂ ਵਿੱਚ ਸੂਲ ਮਾਰੇ ਜਾਂਦੇ ਆ। ਜਿਸ ਜ਼ੁਬਾਨ ਨਾਲ ਇਹ ਗੱਲਾਂ ਕਰਦਾ ਸੀ ਉਹ ਜ਼ੁਬਾਨ ਵਿੱਚ ਕੰਡਿਆਂ ਦੇ ਗੋਲੇ ਬਣਾ ਕੇ ਦਿੱਤੇ ਜਾਂਦੇ ਵੀ ਹੁਣ ਬੋਲ। ਜਿਸ ਇੰਦਰੀ ਨਾਲ ਇਹ ਕਰਮ ਕਮਾਉਂਦਾ ਸੀ ਉਹ ਇੰਦਰੀ ਉੱਪਰ ਚੂਹੇ ਛੱਡੇ ਜਾਂਦੇ ਆ। ਜਿਹੜੇ ਸਰੀਰ ਨਾਲ ਇਹ ਕਰਦਾ ਸੀ ਨਾ ਭੋਗ ਵਿਲਾਸ, ਉਹ ਸਰੀਰ ਨੂੰ ਤਾਇਆ ਜਾਂਦਾ, ਬੜਾ ਦੁੱਖ ਪਾਉਂਦਾ ਉੱਥੇ। ਚਿਰੰਕਾਲ ਦੁਖ ਨਾਰਕ ਗਾਮੀ। ਚਿਰੰਕਾਲ ਬਹੁਤ ਲੰਮਾ ਸਮਾਂ ਦੁੱਖ ਪਾਉਂਦਾ, ਨਰਕਗਾਮੀ ਹੁੰਦਾ ਏ ਜੀਵ। ਅਨੇਕ ਪ੍ਰਕਾਰ ਤਾੜਨਾ ਸਹੀ। ਇੱਥੇ ਦੇ ਰੰਗ ਮਾਣਦਾ, ਉੱਥੇ ਨੇਕਾਂ ਤਰ੍ਹਾਂ ਦੀਆਂ ਤਾੜਨਾ ਸਹਿੰਦਾ, ਉੱਥੇ ਕੋਈ ਵਾਲੀ ਵਾਰਸ ਨਹੀਂ ਹੁੰਦਾ। ਸਿਮਰਤ ਵੇਦ ਪੁਰਾਣ ਅਸ ਕਹੀ। ਸਿਮਰਤ ਵੇਦ ਪੁਰਾਣ, ਐਵੇਂ ਇਹ ਰਾਜਾ ਹੀ ਨਹੀਂ ਕਹਿੰਦੇ, 27 ਸਿਮਰਤੀਆਂ ਵੀ ਕਹਿ ਰਹੀਆਂ, 18 ਪੁਰਾਣ ਵੀ ਕਹਿ ਰਹੇ ਹੈ। ਇਸੇ ਤਰ੍ਹਾਂ 4 ਵੇਦ ਵੀ ਕਹਿ ਰਹੇ। ਪੁਰਾਣਾਂ ਵਿੱਚ ਸਾਧ ਸੰਗਤ ਜੀ ਸਾਰਾ ਲਿਖਿਆ ਹੋਇਆ।
ਗਰੁੜ ਪੁਰਾਣ ਵਿੱਚ ਸਾਰੀ ਇਹ ਸਜ਼ਾ ਦੱਸੀ ਹੋਈ ਹੈ। ਬਚਨ ਸੁਨੇ ਨ੍ਰਿਪ ਸ਼੍ਰਵਣ ਮਝਾਰੇ। ਜਦੋਂ ਇਹ ਰਾਜੇ ਨੇ ਆਪਣੇ ਕੰਨਾਂ ਵਿੱਚ ਐਸੇ ਬਚਨ ਸੁਣੇ ਐ ਭੈ ਦੇ, ਭਲੀ ਰੀਤ ਸੋਚੀਤ ਵਿਚਾਰੇ। ਜਿਹੜੀ ਚਿੱਤ ਵਿੱਚ ਚੰਗੀ ਰੀਤੀ ਜਾਣੀ ਹੈ ਵੀ ਮਹਾਰਾਜ ਨੇ ਸੱਚ ਕਿਹਾ ਮੇਰੇ ਵਾਲੀ। ਲਖੇ ਆਪਣੇ ਕਲਮਲ ਭਾਰੀ। ਆਪਣੇ ਬੜੇ ਭਾਰੀ ਪਾਪ ਜਾਣੇ ਵੀ ਮਨਾ ਤੂੰ ਬਹੁਤ ਪਾਪੀ ਹੈ ਵੱਡਾ। ਪਰਿਓ ਚਰਨ ਪਰ ਗੁਰੂ ਅਗਾਰੀ। ਗੁਰੂ ਦੇ ਸਨਮੁਖ ਹੋ ਕੇ ਦੌੜ ਕੇ ਚਰਨੀ ਢਹਿ ਪਿਆ, ਮਹਾਰਾਜ ਬਖਸ਼ ਲੋ ਮੈਨੂੰ। ਹਾਂ ਅਜਾਨ ਬਹੁ ਪਾਪ ਕਮਾਤੇ। ਮਹਾਰਾਜ ਅਸੀਂ ਦੇ ਅਜਾਣ ਜੀਵਾਂ, ਕਿਸੇ ਦੀ ਮੰਨਦੇ ਹੈ ਨਹੀਂ, ਜਿਸ ਕਰਕੇ ਬਹੁਤ ਪਾਪ ਕਮਾਲੇ ਜੀਵਨ ਵਿੱਚ ਰਹਿੰਦੇ ਹਾਂ। ਬਚਨ ਤੁਮਾਰੇ ਤੇ ਮੈਂ ਜਾਤੇ। ਅੱਜ ਤੁਹਾਡੇ ਬਚਨਾਂ ਕਰਕੇ ਮੈਂ ਜਾਣਿਆ ਵੀ ਮੈਂ ਬੜਾ ਤਕੜਾ ਪਾਪੀ ਹਾਂ, ਕੋਈ ਚੱਜ ਦਾ ਕੰਮ ਨਹੀਂ ਕੀਤਾ। ਕਿਰਪਾ ਧਾਰ ਬਖਸ਼ਹ ਮੁਝ ਅਬਹੀ। ਹੇ ਸੰਤ ਜੀ, ਇਹ ਗੁਰੂ ਜੀ ਕਿਰਪਾ ਧਾਰ ਕੇ ਮੈਨੂੰ ਬਖਸ਼ ਲੋ ਪਾਪੀ ਨੂੰ। ਵਹਰ ਕੁਰੀਤ ਕਰੋ ਨਹਿ ਕਬਹੀ। ਮੈਂ ਕੰਨਾਂ ਨੂੰ ਹੱਥ ਲਾਉਣਾ, ਫਿਰ ਦੁਬਾਰਾ ਕਦੀ ਖੋਟੀ ਰੀਤੀ ਮਹਾਰਾਜ ਇਹੋ ਜਿਹੇ ਭੈੜੇ ਕੰਮ ਨਹੀਂ ਕਰਾਂਗਾ। ਨ ਸੁਨ ਕਰ ਪਏ ਪ੍ਰਸੰਨ ਕਿਰਪਾਲਾ। ਸੁਣ ਕਰਕੇ ਜੇ ਦੀਨ ਤਾਈ ਦੇ ਬਚਨ, ਮਹਾਰਾਜ ਕਿਰਪਾਲੂ ਦਰਿਆਲੂ ਜੀ ਬੜੇ ਪ੍ਰਸੰਨ ਹੋ ਗਏ। ਕਹੇ ਬਚਨ ਸੁਣੀਏ ਨਰਪਾਲਾ। ਗੁਰੂ ਮਹਾਰਾਜ ਕਹਿਣ ਲੱਗੇ, ਰਾਜਾ ਸਾਡਾ ਬਚਨ ਸੁਣੀਏ ਧਿਆਨ ਨਾਲ। ਆਗੇ ਕਰਹੁ ਪਾਪ ਨਹਿ ਕੋਈ। ਅਸੀਂ ਤੇ ਕਹਿੰਦੇ ਆ ਹੁਣ ਤੈਨੂੰ ਸਿੱਖਿਆ ਰਾਹੀਂ ਵੀ ਅੱਗੇ ਤੋਂ ਕੋਈ ਇਹੋ ਜਿਹਾ ਮਾੜਾ ਪਾਪ ਨਾ ਕਰੀ। ਪਿਛਲੇ ਕਰੇ ਜੋ ਬਖਸ਼ੇ ਸੋਈ। ਜੋ ਤੂੰ ਪਿਛਲੇ ਕੀਤੇ ਹੈ ਨਾ ਉਹ ਅਸਾਂ ਨੇ ਬਖਸ਼ ਦਿੱਤੇ ਹੈ। ਹੁਣ ਅਸੀਂ ਕਹਿੰਦੇ ਆ ਵੀ ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੇ, ਚੰਗੇ ਮਾਰਗ ਤੇ ਤੂੰ ਪੈ ਜਾ। ਹੁਣ ਸਤ ਨਾਮ ਸਿਮਰਹੁ ਮਨ ਲਾਈ। ਬਸ ਸਤਿਨਾਮ ਵਾਹਿਗੁਰੂ ਦਾ ਹੀ ਜਾਪ ਕਰਿਆ ਕਰ ਮਨ ਲਾ ਕੇ। ਪੁਰ ਮਹਿ ਲਿਹੋ ਧਰਮਸਾਲ ਬਨਾਈ। ਤੇ ਆਪਣੇ ਇਸੇ ਸ਼ਹਿਰ ਵਿੱਚ ਧਰਮਸਾਲ, ਧਰਮ ਦੀ ਜਗ੍ਹਾ ਬਣਾ ਲਾ ਸਤਸੰਗ ਵਾਸਤੇ। ਸਤ ਸੰਗਤ ਤਹ ਕਰਹੁ ਮਹਾਨੀ। ਉਸ ਧਰਮਸ਼ਾਲਾ ਵਿੱਚ ਜਿਹੜੀ ਪਰਮੇਸ਼ਰ ਦੀ ਸੱਚੀ ਸੁੱਚੀ ਸਤ ਸੰਗਤ ਹੈ ਉਹ ਬਹੁਤ ਹੀ ਕਰਿਆ ਕਰੋ ਮਿਲ ਜੁਲ ਕੇ। ਹਰ ਮਹਿਮਾ ਗਾਵਹੁ ਗੁਣ ਖਾਨੀ। ਜੋ ਗੁਣਾ ਦੀ ਖਾਨ ਵਾਹਿਗੁਰੂ ਪਰਮੇਸ਼ਰ ਹੈ, ਉਸ ਸੱਚੇ ਨਾਮ ਦੀ ਮਹਿਮਾ ਗਾਇਆ ਕਰੋ ਮਿਲ ਜੁਲ ਕੇ। ਅਸ ਉਪਦੇਸ਼ ਸਿੱਖ ਲਿਓ ਜਬ ਹੀ। ਜਦੋਂ ਇਸ ਨੇ ਐਸਾ ਉਪਦੇਸ਼ ਮਹਾਰਾਜ ਜੀ ਤੋਂ ਸਿੱਖਿਆ ਰਾਹੀਂ ਸਿੱਖ ਲਿਆ ਹੈ। ਪਾਹੁਲ ਪਗ ਕੀ ਦੀਨੀ ਤਬ ਹੀ। ਗੁਰੂ ਮਹਾਰਾਜ ਨੇ ਉਸੇ ਵੇਲੇ ਜਿਹੜੇ ਚਰਨਾਂ ਦੀ ਪੌਲ ਹੈ ਇਹਨੂੰ ਦਿੱਤੀ ਹੈ, ਚਰਨਾਂ ਦੇ ਪੰਚਾ ਅੰਮ੍ਰਿਤ ਛਕਾਇਆ ਹੈ। ਕਰੇ ਸਿੱਖ ਆਪਣੇ ਨਰ ਬ੍ਰਿੰਦਾ। ਬਹੁਤ ਜਿਹੜੇ ਇੱਥੋਂ ਦੇ ਪੁਰਸ਼ ਹੈ ਸਤਿਗੁਰੂ ਜੀ ਨੇ ਆਪਣੇ ਸਿੱਖ ਕਰ ਲਏ ਸਿੱਖਿਆ ਦੇ ਕੇ। ਸਤਨਾਮ ਸਿਮਰਹੁ ਸੁਖ ਕੰਦਾ। ਤੇ ਨਾਲ ਹੀ ਕਹਿ ਦਿੱਤਾ ਵੀ ਜੋ ਸਤਨਾਮ ਵਾਹਿਗੁਰੂ ਹੈ, ਸੁੱਖਾਂ ਦੇ ਦਾਤਾ ਪਰਮੇਸ਼ਰ ਦਾ ਨਾਮ, ਸੁੱਖਾਂ ਦਾ ਬੱਦਲ, ਇਸ ਨੂੰ ਭਾਈ ਸਿਮਰਿਆ ਕਰੋ, ਯਾਦ ਕਰਿਆ ਕਰੋ। ਕਰਤਕ ਕਰਮ ਸਰਬ ਛੁਟਵਾਇਓ। ਇੱਥੋਂ ਦੇ ਲੋਕਾਂ ਨੂੰ ਖੋਟੇ ਮਾੜੇ ਕਰਮ ਕਰਦੇ ਸਾਰਿਆਂ ਤੋਂ ਹੀ ਛੁਟਵਾਇਆ ਹੈ, ਛੁਡਵਾ ਦਿੱਤਾ ਹੈ। ਨਾਮ ਦਾਨ ਇਸਨਾਨ ਦ੍ਰਿੜਾਇਓ। ਰਾਜੇ ਸਮੇਤ ਸਾਰੇ ਲੋਕਾਂ ਨੂੰ ਕਿਹਾ ਹੈ ਮਹਾਰਾਜ ਜੀ ਨੇ ਵੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਹੈ, ਫਿਰ ਨਾਮ ਜਪਣਾ ਹੈ ਤੇ ਦਸਾਂ ਨੌਵਾਂ ਦੀ ਕਿਰਤ ਕਰਕੇ ਦਾਨ ਕਰਨਾ। ਇਹ ਪੱਕਿਆਂ ਕੀਤਾ ਸਿੱਖਿਆ ਵਿੱਚ। ਕਿਤਕ ਦਿਵਸ ਜਬ ਰਹਿਤ ਬਿਤਾਏ। ਕੁਝ ਕੁ ਦਿਨ ਰਹਿੰਦਿਆਂ ਜਦੋਂ ਗੁਰੂ ਮਹਾਰਾਜ ਜੀ ਨੇ ਲੰਘਾਏ ਐ। ਹੱਥ ਬੰਦ ਨਿਪ ਬੈਨ ਅਲਾਏ। ਦੋਵੇਂ ਹੱਥ ਜੋੜ ਕੇ ਰਾਜੇ ਨੇ ਬਚਨ ਕਹੇ। ਚੌਲ ਪਸ਼ਮ ਦੇਸ਼ ਮਮ ਹੋਈ। ਕਹਿਣ ਲੱਗਾ ਮਹਾਰਾਜ ਸਾਡੇ ਇਸ ਇਲਾਕੇ ਵਿੱਚ ਇੱਕ ਤੇ ਚੌਲ, ਦੂਸਰਾ ਆ ਪਸ਼ਮ ਜੋ ਰੇਸ਼ਮ ਹੈ ਇਹੋ ਹੁੰਦਾ ਹੈ। ਔਰ ਅਨ ਉਪਜਤ ਨਹਿ ਕੋਈ। ਹੋਰ ਕੋਈ ਵੀ ਮਹਾਰਾਜ ਅੰਨ ਪੈਦਾ ਨਹੀਂ ਹੁੰਦਾ ਸਾਡੇ ਇਸ ਇਲਾਕੇ ਵਿੱਚ। ਕਿਰਪਾ ਧਾਰ ਬਰ ਦੀਜੈ ਅਬਹੀ। ਕਿਰਪਾ ਧਾਰ ਕੇ, ਕਿਰਪਾ ਰੱਖ ਕੇ ਮਹਾਰਾਜ ਸਾਨੂੰ ਐਸਾ ਹੁਣ ਵਰ ਦੇ ਦਈਏ। ਆਨਕ ਪਾਹਦਿਕ ਹੋਇ ਸਭ ਹੀ। ਜਿਸ ਤੁਹਾਡੇ ਬਚਨਾਂ ਕਰਕੇ ਸਾਡੇ ਇਲਾਕੇ ਵਿੱਚ ਅੰਨ ਕਣਕ ਵੀ ਹੋਵੇ,
ਕਪਾਹ ਵੀ ਹੋਵੇ, ਕਮਾਦ ਵੀ ਹੋਵੇ। ਸੁਣੀ ਨਿਜ ਹੈ ਪ੍ਰਿਯ ਭਗਤ ਅਨੰਗਨ। ਅਨੰਨੰ, ਜੋ ਆਪਣਾ ਅਨਿੰਦ ਭਗਤ ਹੈ, ਪਿਆਰਾ ਰਾਜਾ, ਇਹਦੀ ਬੇਨਤੀ ਸਤਿਗੁਰੂ ਜੀ ਨੇ ਸੁਣੀ ਹੈ। ਕਹਿਓ ਭਜਨ ਹੋਇਆ ਹੈ ਸਭ ਅਨੰਗ। ਮਹਾਰਾਜ ਨੇ ਕਿਹਾ, ਰਾਜਾ ਤੂੰ ਫਿਕਰ ਨਾ ਕਰ, ਹੁਣ ਤੋਂ ਸਭ ਤਰ੍ਹਾਂ ਦਾ ਅੰਨ ਹੋਇਆ ਕਰੇਗਾ। ਇੱਥੇ ਕਣਕ ਵੀ ਹੋਏਗੀ, ਰੇਸ਼ਮ ਵੀ ਹੋਏਗਾ, ਕਪਾਹ ਵੀ ਹੋਏਗੀ, ਚੌਲ ਵੀ ਹੋਣਗੇ, ਕਮਾਦ ਵੀ ਹੋਏਗਾ, ਕਿਸੇ ਚੀਜ਼ ਦੀ ਕਮੀ ਨਹੀਂ ਰਹੇਗੀ। ਬਹੁਰ ਗਮਨ ਕੀ ਕੀਨੀ ਤਿਆਰੀ। ਫਿਰ ਸਤਿਗੁਰੂ ਜੀ ਨੇ ਇੱਥੋਂ ਚੱਲਣ ਦੀ ਤਿਆਰੀ ਕਰ ਲਈ। ਸੁਨ ਕੈ ਮਿਲ ਆਏ ਨਰ ਨਾਰੀ। ਇਸ ਸ਼ਹਿਰ ਦੇ ਜਿੰਨੇ ਮਾਈ ਭਾਈ ਸੁਣ ਕਰਕੇ ਮਿਲ ਕੇ ਆਏ ਐ। ਹਾਥ ਬੰਦ ਕੈ ਗਿਰਾ ਉਚਾਰੀ। ਹੱਥ ਜੋੜ ਜੋੜ ਕੇ ਬਚਨ ਕਿਹਾ, ਸ੍ਰੀ ਗੁਰ ਰਹੋ ਇਸ ਦੇਸ਼ ਮਝਾਰੀ। ਹੇ ਪਰਮਾਤਮਾ ਰੂਪ ਗੁਰੂ ਨਾਨਕ ਸਾਹਿਬ ਜੀ, ਤੁਸੀਂ ਕਿਉਂ ਚੱਲੇ ਹੋ? ਸਾਡੇ ਇਸੇ ਇਲਾਕੇ ਵਿੱਚ ਹੀ ਰਹੋ ਖੁਸ਼ੀ ਨਾਲ। ਤੁਮ ਆਵਨ ਤੇ ਭਇਓ ਪਵਿੱਤਰਾ। ਮਹਾਰਾਜ ਜੀ, ਤੁਹਾਡੇ ਆਉਣ ਕਰਕੇ ਤੇ ਸਾਡਾ ਸਾਰਾ ਇਲਾਕਾ ਜਿਹੜਾ ਪਵਿੱਤਰ ਹੋਇਆ ਹੈ ਨਾ, ਮਸਾਂ ਮਸਾਂ। ਸਿੱਖੀ ਭਈ ਵਿਸਾਲ ਬਚਿਤਰਾ। ਤੁਹਾਡੇ ਆਉਣ ਕਰਕੇ ਸੋਹਣੀ ਤੇ ਮਹਾਨ ਜਿਹੜੀ ਸਿੱਖੀ ਪ੍ਰਗਟ ਹੋਈ ਹੈ ਜੀ। ਕਿਉਂ ਤੁਮ ਤੂਰਨ ਕਰਹੁ ਤਿਆਰੀ। ਐ ਸੰਤ ਜੀ, ਐ ਗੁਰੂ ਜੀ, ਕਿਉਂ ਤੁਸੀਂ ਇੰਨੀ ਛੇਤੀ ਤਿਆਰੀ ਕਰਦੇ ਹੋ ਜਾਣ ਦੀ? ਰਹੋ ਸਦਾ ਨਿਜ ਕਰੁਣਾ ਧਾਰੀ। ਸਾਡੀ ਤੇ ਇਹੋ ਹੀ ਬੇਨਤੀ ਹੈ ਵੀ ਮੇਰੀ ਧਾਰੋ ਮਹਾਰਾਜ, ਕਿਰਪਾ ਕਰਕੇ ਇੱਥੇ ਸਾਡੇ ਇਲਾਕੇ ਵਿੱਚ ਰਹਿਣਾ ਕਰੋ ਹਮੇਸ਼ਾ। ਇਸੇ ਪ੍ਰਕਾਰ ਬਿਨਤੀ ਬਹੁ ਕੀਨੰ। ਇਸ ਤਰ੍ਹਾਂ ਨਗਰ ਦੇ ਮਾਈ ਭਾਈ ਰਾਜੇ ਨੇ ਬਹੁਤ ਹੀ ਬੇਨਤੀਆਂ ਕੀਤੀਆਂ ਹੈ। ਤਿਸ ਦਿਨ ਸ੍ਰੀ ਗੁਰ ਚਲਨ ਨਾ ਦੀਨੰ। ਜਿੱਦਣ ਗੁਰੂ ਮਹਾਰਾਜ ਚੱਲੇ ਨਾ, ਉਸ ਦਿਨ ਇੰਨੀਆਂ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਜੀ ਨੂੰ ਜਾਣ ਹੀ ਨਹੀਂ ਦਿੱਤਾ। ਅਗਲੇ ਦਿਵਸ ਭੋਰ ਪੀ ਜਬ ਹੀ। ਗੁਰੂ ਅੰਗਦ ਦੇਵ ਸਾਹਿਬ ਜੀ ਜਦੋਂ ਅਗਲਾ ਦਿਨ ਹੋਇਆ, ਅਗਲੇ ਦਿਨ ਦੀ ਸਵੇਰ ਹੋਈ, ਹੋਏ ਅਲੋਪ ਗਏ ਗੁਰ ਤਬ ਹੀ। ਗੁਰੂ ਮਹਾਰਾਜ ਦਿਨ ਚੜ੍ਹਦੇ ਹੀ ਹੋਇਆ ਗੁਪਤੀ ਹੋ ਗਏ, ਉੱਥੇ ਅਲੋਪ ਹੀ ਹੋ ਗਏ ਬਿਨਾਂ ਦੱਸੇ ਕਿਸੇ ਨੂੰ। ਪੀਛੇ ਤੇ ਬਹੁ ਨਰ ਪਛਤਾਏ। ਜਦੋਂ ਮਹਾਰਾਜ ਗੁਪਤ ਹੋ ਗਏ, ਦਿਸੇ ਨਹੀਂ ਹੈ, ਪਿੱਛੋਂ ਜਿਹੜੇ ਇੱਥੋਂ ਦੇ ਲੋਕ ਬਹੁਤ ਪਛਤਾਏ ਐ। ਦਰਸ਼ਨ ਕਰ ਹਮ ਨਹਿ ਤ੍ਰਿਪਤਾਏ। ਆਪੋ ਵਿੱਚ ਹੀ ਕਹਿੰਦੇ ਵੇਖ ਲੋ, ਐਸੇ ਮਹਾਰਾਜ ਆਏ ਸੀ ਸਾਡੇ ਨਗਰ, ਅਸੀਂ ਤੇ ਉਹਨਾਂ ਦਾ ਦਰਸ਼ਨ ਕਰ ਕਰਕੇ ਹਜੇ ਰੱਜੇ ਹੀ ਨਹੀਂ ਸਾਂ। ਭਲੀ ਪ੍ਰਕਾਰ ਕੀਨ ਨਹਿ ਸੇਵਾ। ਅਸੀਂ ਤੇ ਇੰਨੇ ਮੰਦ ਭਾਗੇ ਆ ਵੀ ਚੰਗੀ ਤਰ੍ਹਾਂ ਹਜੇ ਤੇ ਉਹਨਾਂ ਦੀ ਸੇਵਾ ਵੀ ਨਹੀਂ ਕੀਤੀ ਸੀ। ਸ੍ਰੀ ਗੁਰ ਗਮਨ ਅਲਖ ਅਪੇਵਾ। ਵੇਖ ਲੋ, ਜੋ ਭੇਦ ਤੋਂ ਰਹਿਤ ਹੈ, ਲਖਣੇ ਤੋਂ ਰਹਿਤ ਹੈ, ਉਹ ਗੁਰੂ ਨਾਨਕ ਸਾਹਿਬ ਬਿਨਾਂ ਦੱਸੇ ਹੀ ਚਲੇ ਗਏ ਸਾਨੂੰ ਛੱਡ ਕੇ। ਸਿਮਰਹਿ ਨਿਸ ਬਾਸੁਰ ਧਰ ਧਿਆਨਾ। ਫਿਰ ਤੇ ਇਹ ਜਿਹੜੇ ਲੋਕ ਹੈ ਨਾ, ਇੱਥੋਂ ਦੇ ਰਾਤ ਦਿਨ ਮਹਾਰਾਜ ਦਾ ਧਿਆਨ ਧਰ ਕੇ ਸਿਮਰਦੇ, ਯਾਦ ਕਰਦੇ ਹਰ ਵਕਤ। ਬਹੁਤ ਨਰਨ ਕੋ ਭਾ ਕਲਿਆਣਾ। ਜਿਸ ਕਰਕੇ ਧਿਆਨ ਕਰਨੇ ਕਰਕੇ ਇੱਥੋਂ ਦੇ ਲੋਕਾਂ ਬਹੁਤਿਆਂ ਦਾ ਕਲਿਆਣ ਹੋ ਗਿਆ, ਮੁਕਤੀ ਹੋ ਗਈ ਸੀ। ਆਗੇ ਗਮਨੇ ਸ੍ਰੀ ਜਗਤੇ ਸਾ। ਜਗਤ ਦੇ ਮਾਲਕ ਸਤਿਗੁਰੂ ਜੀ ਇੱਥੋਂ ਚਲੇ ਗਏ ਸਨ। ਪਹੁੰਚੇ ਜਾਏ ਔਰ ਇੱਕ ਦੇਸਾ। ਇੱਕ ਜਿਹੜਾ ਹੋਰ ਦੇਸ਼ ਸੀ, ਬੜਾ ਪਰਾਇਆ ਜਾ, ਉੱਥੇ ਜਾ ਪਹੁੰਚੇ। ਅੰਨ ਅਗਨ ਦੋ ਤਹ ਨਾਹੀ। ਉਸ ਦੇਸ਼ ਵਿੱਚ ਨਾ ਤੇ ਅੱਗ ਹੁੰਦੀ ਸੀ, ਨਾ ਆਗੀ ਸੀ, ਨਾ ਉੱਥੇ ਆਨੀ ਹੁੰਦਾ ਸੀ। ਆਮਿਖ ਕੋ ਭੋਜਨ ਸਭ ਖਾਹੀ। ਸਾਰੇ ਲੋਕ ਰਹਿਣ ਵਾਲੇ ਬਸ ਇੱਕੋ ਇੱਕ ਮਾਸ ਦਾ ਹੀ ਭੋਜਨ ਛਕਦੇ ਸਨ। ਇੱਕ ਪਾਹਨ ਦੋ, ਇੱਕ ਪਾਹਨ ਉੱਪਰ ਇੱਕ ਨੀਚੇ। ਉਹ ਕੀ ਕਰਦੇ ਵੀ ਇੱਕ ਜਿਹੜਾ ਪੱਥਰ ਉੱਪਰ ਤੇ ਇੱਕ ਥੱਲੇ। ਆਮਿਖ ਰਾਖੈ ਤਿਨ ਕੇ ਵਿੱਚ। ਜਿਹੜਾ ਮਾਸ ਸੀ ਉਹ ਪੱਥਰ ਇੱਕ ਥੱਲੇ ਰੱਖ ਲੈਣਾ, ਉੱਤੇ ਮਾਸ ਰੱਖ ਲੈਣਾ, ਤੇ ਇੱਕ ਪੱਥਰ ਉੱਪਰ ਰੱਖ ਦੇਣਾ। ਸਵਾ ਪਹਿਰ ਮੰਤਰ ਜਪ ਭਾਨੰ। ਫਿਰ ਸਵਾ ਪਹਿਰ ਜਿਹੜਾ ਸੂਰਜ ਦਾ ਮੰਤਰ ਜਪਣਾ। ਸੂਰਜ ਦੇ ਜਿਹੜਾ ਮੰਤਰ ਹੈ, ਸੂਰਜ ਦੇ ਮੰਤਰ ਦਾ ਜਾਪ ਕਰਦੇ ਸੀ ਸਵਾ ਪਹਿਰ।
ਭਾਵ 3 ਘੰਟੇ 45 ਮਿੰਟ, ਪੌਣੇ ਕੁ 4 ਘੰਟੇ, ਸਵਾ ਪੈਰ ਐਵੇਂ ਸੂਰਜ ਦੇ ਜਾਪ ਦਾ ਮੰਤਰ ਜਪਦੇ ਸਨ। ਇਉ ਪਕਾਏ ਕਰਹਿ ਤਿਹ ਥਾਨੰ, ਤੇ ਖਾਣ ਕੇ ਇਉਂ ਉਹ ਮਾਸ ਨੂੰ ਪਕਾ ਕਰਕੇ ਤੇ ਖਾਣਾ ਕਰਦੇ ਸੀ ਇੱਥੋਂ ਦੇ ਲੋਕ। ਦੋਹਰਾ ਸੇਵਹਿ ਚਿਤ ਕੀ ਪ੍ਰੀਤ ਕਰ, ਪਰ ਉਹਨਾਂ ਦਾ ਇੱਕ ਭਾਵਨਾ ਸ਼ਰਧਾ ਸੀ ਵੀ ਬੜੀ ਪ੍ਰੀਤੀ ਕਰਕੇ ਸੇਵਦੇ ਸਨ। ਜਾਏ ਜੇ ਤਹਾਂ ਅਤੀਤ, ਜੇ ਉਹਨਾਂ ਦੇ ਦੇਸ਼ ਵਿੱਚ ਇੱਕ ਸਾਧੂ ਕੋਈ ਅਤੀਤ ਬੈਰਾਗੀ ਤਿਆਗੀ ਸੰਤ ਜਾਂਦਾ ਤੇ ਉਹਦੀ ਬੜੀ ਪ੍ਰੀਤੀ ਨਾਲ ਸੇਵਾ ਕਰਦੇ ਸਨ। ਜੋ ਦੇਖਹਿ ਸੋਖ ਭਾਵਈ, ਜੋ ਵੀ ਪੁਰਸ਼ ਸਾਧੂ ਨੂੰ ਆਏ ਦੇਖਦਾ ਵੀ ਆ ਸੰਤ ਆ ਗਿਆ, ਤੇ ਜਿਹੜਾ ਵੀ ਨਗਰ ਦਾ ਪੁਰਸ਼ ਹੁੰਦਾ ਸੀ ਬਾਹਰ ਜਿਹਨੇ ਦੇਖ ਲੈਣਾ ਉਹੀਓ ਖਵਾਉਂਦਾ ਸੀ। ਤਾਹੇ ਦੇਸ਼ ਕੀ ਰੀਤ, ਉਸ ਦੇਸ਼ ਦੀ ਇਹ ਰੀਤੀ ਸੀ, ਮਰਿਆਦਾ ਸੀ ਵੀ ਜਦੋਂ ਕੋਈ ਸੰਤ ਆਉਣਾ ਜਿਹਨੇ ਵੇਖ ਲੈਣਾ ਉਹਨੇ ਆਪਣੇ ਵੱਲੋਂ ਜੋ ਵੀ ਭੋਜਨ ਮਾਸ ਦਾ ਹੋਣਾ ਤੇ ਉਹ ਤਿਆਰ ਕਰਕੇ ਤੇ ਸੋਹਣਾ ਉਹ ਸੰਤਾਂ ਨੂੰ ਛਕਾਉਣਾ ਵੀ ਸੰਤ ਜੀ ਇਹੀ ਕੁਝ ਹੈ ਸਾਡੇ ਕੋਲ। ਹੁਣ ਇਸੇ ਥਾਂ 'ਤੇ ਗੁਰੂ ਨਾਨਕ ਸਾਹਿਬ ਜੀ ਪਰਮੇਸ਼ਰ ਰੂਪ ਚਲੇ ਗਏ। ਜਿਵੇਂ ਇੱਥੇ ਕਿਰਪਾ ਕਰਨਗੇ ਉਹ ਰਹਿੰਦਾ ਪ੍ਰਸੰਗ ਆਪਾਂ ਕੱਲ੍ਹ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰੀਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਕੀ ਸੰਗਤ ਬਖਸ਼ਨਾਰ ਹੈ, ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਵਿਚਾਰਾਂ ਦੀ ਸਮਾਪਤੀ ਹੈ। ਸੇਵਹਿ ਚਿਤ ਕੀ ਪ੍ਰੀਤ ਕਰ, ਜਾਏ ਜੇ ਤਹਾਂ ਅਤੀਤ, ਜੋ ਦੇਖਹਿ ਸੋਖ ਭਾਵਈ, ਤਾਹੇ ਦੇਸ਼ ਕੀ ਰੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।